ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਦਾ ਮੈਂ ਪਰਮਿੰਦਰ ਸਿੰਘ ਟਿਵਾਣਾ ਪਟਿਆਲਾ ਸਟੂਡੀਓ ਤੋਂ ਸਵਾਗਤ ਕਰਦਾ ਅਤੇ ਆਪਣੀ ਗੱਲਬਾਤ ਰਾਜਨੀਤਿਕ ਮਾਮਲਿਆਂ ਦੇ ਮਾਹਰ ਐਡਵੋਕੇਟ ਸੁਰਿੰਦਰ ਸਿੰਘ ਦੇ ਨਾਲ ਇਸ ਵਕਤ ਹੋ ਰਹੀ ਹੈ। ਭਾਰਤੀ ਸਮਾਂ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਅਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਇਹ ਪ੍ਰੋਗਰਾਮ ਪਟਿਆਲਾ ਸਟੂਡੀਓ 'ਚੋਂ ਲਾਈਵ ਹੁੰਦਾ। ਤੁਸੀਂ ਪ੍ਰੋਗਰਾਮ 'ਚ ਗੱਲ ਕਰਨੀ ਹੈ ਤਾਂ 98 ਕਾਲ ਕਰ ਸਕਦੇ ਹੋ ਅਤੇ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ tivanaradio.com ਵੈਬਸਾਈਟ ਦੇ ਜ਼ਰੀਏ ਵੀ ਸੁਣਿਆ ਜਾ ਸਕਦਾ ਹੈ। ਇਸ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਚੰਡੀਗੜ੍ਹ ਦੇ ਵਿੱਚ ਸਿੱਟ ਦੇ ਸਾਹਮਣੇ ਪਈ ਪੇਸ਼ੀ ਦੇ ਵਿੱਚ ਕੀ ਕੁਛ ਵਾਪਰਿਆ ਅਤੇ ਇਸ ਦਾ ਕੀ ਜਮ੍ਹਾਂ ਅਤੇ ਘਟਾਓ ਤੁਸੀਂ ਵੇਖਦੇ ਹੋ। ਜਿਹੜੀ ਕੋਟਕਪੂਰਾ ਗੋਲੀਕਾਂਡ ਦੇ ਮੁਤਲਕ ਸਿੱਟ ਬਣੀ ਹੈ ਉਸ ਜਾਂਚ ਦੇ ਅੱਗੇ ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ ਨੇ। ਜੀ ਸੁਰਿੰਦਰ ਬਾਈ ਜੀ, ਕੁਝ ਸਵਾਲ ਉੱਠ ਰਹੇ ਨੇ। ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਸਿੱਟ ਦੇ ਅੱਗੇ ਪੇਸ਼ ਹੋਏ ਨੇ, 80-82 ਸਵਾਲ ਉਹਨਾਂ ਨੂੰ ਪੁੱਛੇ ਗਏ ਨੇ। ਉਸ ਸਾਰੀ ਸਿੱਟ 'ਤੇ ਸਵਾਲ ਸੁਖਬੀਰ ਬਾਦਲ ਹੋਰਾਂ ਨੇ ਵੀ ਖੜੇ ਕਰ ਦਿੱਤੇ ਨੇ। ਸੁਖਬੀਰ ਬਾਦਲ ਹੋਰਾਂ ਨੇ ਦੋਸ਼ ਲਾਏ ਨੇ ਕਿ ਇਹ ਸਿੱਟ ਤਾਂ ਜਿਹੜੀ ਹੈ ਇਹਦੇ ਵਿੱਚ ਸਿੱਟ ਸੁੱਟ ਦਾ ਤਾਂ ਨਾਂ ਹੀ ਹੈ, ਸਿੱਟ ਨੂੰ ਤਾਂ ਚਲਾ ਰਹੇ ਨੇ ਭਰਤਿੰਦਰ ਸਿੰਘ ਚਹਿਲ। ਕਹਿੰਦੇ ਇਹ ਸਿੱਟ ਪੁਲਿਸ ਦੀ ਥੋੜ੍ਹੀ ਹੈ, ਤਾਂ ਭਰਤਿੰਦਰ ਸਿੰਘ ਚਹਿਲ ਦੀ ਸਿੱਟ ਹੈ। ਅਤੇ SIT ਜਿਹੜੀ ਹੈ ਵਿਜੀਲੈਂਸ ਬਿਊਰੋ ਦੇ ਚੀਫ BK ਉੱਪਲ ਅਤੇ CM ਦੇ ਸਲਾਹਕਾਰ ਭਰਤਿੰਦਰ ਸਿੰਘ ਚਹਿਲ ਦੇ ਕਹਿਣ 'ਤੇ ਕੰਮ ਕਰ ਰਹੇ ਨੇ। ਇਸ ਕਰਕੇ ਚਹਿਲ ਅਤੇ ਉੱਪਲ ਚਲਾ ਰਹੇ ਨੇ ਇਸ SIT ਨੂੰ, ਜਿਨ੍ਹਾਂ ਦੇ ਅੱਗੇ ਪ੍ਰਕਾਸ਼ ਸਿੰਘ ਬਾਦਲ ਨੂੰ ਪੇਸ਼ ਕੀਤਾ ਗਿਆ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੇ ਵਿੱਚ। 82 ਸਵਾਲ ਪੁੱਛੇ ਗਏ ਨੇ। ਪਰ ਹੁਣ ਭਰਤਿੰਦਰ ਸਿੰਘ ਚਹਿਲ ਜੇ ਸਿੱਟ ਨੂੰ ਚਲਾ ਰਹੇ ਨੇ ਭਾਈ, ਉਹ ਕਿਹੜਾ ਫਰਾਂਸ ਦੀ ਗੜੀ, ਉਹਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਨੇ, ਵੱਡਾ ਸਾਰਾ ਨਾਂ ਆ ਰਿਜ਼ੋਰਟ ਦਾ ਇਹਨਾਂ ਦਾ, ਆਪਾਂ ਪਬਲਿਸਿਟੀ ਨਾ ਕਰੀਏ ਬਿਨਾਂ ਪੈਸੇ ਤੋਂ। ਉਹਦੀ ਐਡ ਵੀ PTC ਦੀ ਚੱਲਦੀ ਹੈ ਜੀ, ਜਿਹਨੂੰ ਭਰਤਿੰਦਰ ਚਹਿਲ ਚਲਾ ਰਹੇ ਨੇ। ਭਾਈ ਤੁਹਾਨੂੰ ਵੀ ਤਾਂ ਪੈਸਾ ਦੇ ਰਿਹਾ ਅਗਲਾ ਐਡ ਦਾ। ਜਦੋਂ ਦਾ ਉਹ ਪੈਲਸ ਬਣਿਆ ਉਦੋਂ ਦਾ ਹੀ ਜਿਹੜਾ ਹੈਗਾ ਐਡ ਤੁਹਾਡੇ ਕੋਲ ਜਾ ਰਹੀ ਹੈ। ਫਿਰ ਇਸ ਕਰਕੇ ਜੇ ਐਡ ਤੁਹਾਡੇ ਕਾਰੋਬਾਰ 'ਚ ਉਹਨਾਂ ਦਾ ਪੈਸਾ ਆ ਰਿਹਾ ਤਾਂ ਕਿਤੇ ਨਾ ਕਿਤੇ ਸਾਂਝ ਤੁਹਾਡੇ ਨਾਲ ਵੀ ਹੋ ਸਕਦੀ ਹੈ ਭਰਤਿੰਦਰ ਚਹਿਲ ਦੀ। ਅਤੇ ਇਸ ਸਿਲਸਿਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ 82 ਸਵਾਲ ਪੁੱਛੇ ਗਏ ਨੇ ਕਿ ਜਦੋਂ ਬੇਅਦਬੀ ਗੋਲੀਕਾਂਡ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਸ ਅਧਿਕਾਰੀ ਨੂੰ ਫੋਨ ਕੀਤਾ ਸੀ। ਬਾਦਲ ਸਾਹਿਬ ਕਹਿੰਦੇ ਇਹ ਗੱਲ 2015 ਦੀ ਹੈ, ਕਈ ਸਾਲ ਬੀਤ ਚੁੱਕੇ ਨੇ, ਮੈਨੂੰ ਯਾਦ ਨਹੀਂ ਕਹਿੰਦੇ ਉਸ ਵਕਤ ਕਿ ਸਭ ਤੋਂ ਪਹਿਲਾਂ ਮੈਂ ਕਿਸ ਨੂੰ ਸੂਚਨਾ ਦਿੱਤੀ ਸੀ। ਬਾਬਾ ਗੋਲ ਮਸ਼ਕਰੀ ਕਰਨ ਨੂੰ ਥੋੜ੍ਹੀ ਹਟਦਾ। ਜੋ ਬਾਹਰ ਆਏ ਨੇ ਸਵਾਲ, ਬਾਕੀ ਤੁਸੀਂ ਦੱਸ ਦਿਓ। ਕਹਿੰਦੇ ਕੀ DGP ਸੁਮੇਧ ਸਿੰਘ ਸੈਣੀ ਦਾ ਫੋਨ ਆਇਆ ਸੀ ਜਾਂ IG ਉਮਰਾ ਨੰਗਲ ਦਾ। ਬਾਦਲ ਸਾਹਿਬ ਕਹਿੰਦੇ ਉਸ ਵਕਤ ਕਾਕਾ ਜੀ ਮੇਰੇ ਕੋਲ ਹੋਮ ਡਿਪਾਰਟਮੈਂਟ ਨਹੀਂ ਸੀ। ਇਹ ਜ਼ਰੂਰ ਹੈ ਕਿ ਉਸ ਵਕਤ ਸੁਮੇਧ ਸਿੰਘ ਸੈਣੀ DGP ਸੀ, ਲੇਕਿਨ ਮੈਂ ਨਹੀਂ ਦੱਸ ਸਕਦਾ ਕਿ ਉਸ ਵਕਤ ਮੈਨੂੰ ਕਿਹਦਾ ਫੋਨ ਆਇਆ ਸੀ। ਹੋਮ ਡਿਪਾਰਟਮੈਂਟ ਇਹਨਾਂ ਕੋਲ ਨਹੀਂ ਸੀ, ਹੋਮ ਡਿਪਾਰਟਮੈਂਟ ਸੁਖਬੀਰ ਬਾਦਲ ਕੋਲ ਸੀ। ਤਲਬ ਉਹਨਾਂ ਨੂੰ ਵੀ ਕਰਨਾ, ਚਲੋ ਉਹਨਾਂ ਤੋਂ ਪੁੱਛ ਲੈਣਗੇ। ਤੀਜਾ ਸਵਾਲ ਜਿਹੜਾ ਅਹਿਮ ਸੀ ਉਹ ਪੁੱਛਿਆ ਗਿਆ ਸੀ ਇਹਨਾਂ ਨੂੰ ਕਿ ਬੇਅਦਬੀ ਜਾਂਚ ਦੇ ਦੌਰਾਨ ਕੀ ਡੇਰਾ ਸੱਚਾ ਸੌਦਾ ਦਾ ਨਾਮ ਸਾਹਮਣੇ ਆਉਣ ਦੀ ਤੁਹਾਨੂੰ ਜਾਣਕਾਰੀ ਸੀ। ਬਾਦਲ ਸਾਹਿਬ ਕਹਿੰਦੇ ਮਾਮਲੇ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ, ਉਹ ਹੀ ਇਸ ਦੇ ਬਾਰੇ ਦੱਸ ਸਕਦੇ ਨੇ, ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਕਾਕਾ ਜੀ। ਅਤੇ ਉਸ ਵਕਤ ਨਹੀਂ, ਉਹਨਾਂ ਨੂੰ ਤਾਂ ਯਾਦਵ ਸਾਹਿਬ ਕਹਿੰਦੇ ਹੋਣੇ, ਕਾਕਾ ਜੀ ਤਾਂ ਪ੍ਰੈਸ ਵਾਲਿਆਂ ਨੂੰ ਜਾਂ ਹੋਰਾਂ ਨੂੰ ਕਹਿੰਦੇ ਹੁੰਦੇ ਨੇ। ਕਿ ਯਾਦਵ ਸਾਹਿਬ ਕਹਿੰਦੇ ਉਸ ਵਕਤ ਡੇਰਾ ਸੱਚਾ ਸੌਦਾ ਦਾ ਨਾਮ ਆਇਆ ਸੀ ਕਿ ਨਹੀਂ, ਮੈਨੂੰ ਤਾਂ ਕੇਵਲ ਠੋਸ ਜਾਂਚ ਦੇ ਮੈਂ ਨਿਰਦੇਸ਼ ਦਿੱਤੇ ਨੇ, ਮੈਨੂੰ ਇੰਨਾ ਹੀ ਯਾਦ ਹੈ। ਕਹਿੰਦੇ ਪਹਿਲਾਂ ਕਿਹੜੇ ਅਫਸਰਾਂ ਨੂੰ ਨਿਰਦੇਸ਼ ਤੁਸੀਂ ਦਿੱਤੇ ਸੀ। ਕਹਿੰਦੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮਾਮਲਾ ਪੁਰਾਣਾ ਅਤੇ ਮੈਨੂੰ ਉਹਨਾਂ ਅਫਸਰਾਂ ਦੇ ਯਾਦ ਨਹੀਂ ਹੈ। ਅਤੇ ਇਸ ਦੌਰਾਨ ਜਿਹੜਾ 5ਵਾਂ ਸਵਾਲ ਬੜਾ ਇੰਟਰਸਟਿੰਗ ਸੀਗਾ। SIT ਵਾਲੇ ਕਹਿੰਦੇ ਕਿ ਸਾਨੂੰ ਉਮੀਦ ਹੈ ਕਿ ਤੁਸੀਂ SIT ਨੂੰ ਪੂਰਾ ਸਹਿਯੋਗ ਦੇਵੋਗੇ। ਕਹਿੰਦੇ ਭਾਈ ਮੈਂ 5 ਵਾਰੀ ਮੁੱਖ ਮੰਤਰੀ ਰਿਹਾ, ਮੈਂ ਆਪਣੀ ਜ਼ਿੰਮੇਵਾਰੀ ਅੱਛੀ ਤਰ੍ਹਾਂ ਸਮਝਦਾ। ਮੈਂ ਪਹਿਲਾਂ ਵੀ SIT ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਮੈਂ ਹੁਣ ਵੀ ਦੇ ਰਿਹਾ। ਕਿਸੇ ਪ੍ਰਕਾਰ ਦਾ ਕੋਈ ਇਨਕਾਰ ਕਹਿੰਦੇ ਮੈਂ ਨਹੀਂ ਕਰਦਾ। ਜਿੰਨਾ ਕਹਿੰਦੇ ਮੈਨੂੰ ਪਤਾ, ਮੈਂ ਤਾਂ ਕਹਿੰਦੇ ਪੋਟਾ ਦੱਸ ਦਿੱਤਾ ਤੁਹਾਨੂੰ। ਸੁਰਿੰਦਰ ਵੀਰ, ਇਹਨਾਂ 5 ਸਵਾਲਾਂ 'ਚ ਤੁਹਾਡੇ ਤੇ ਮੇਰੇ ਕੁਛ ਪੱਲੇ ਪਿਆ ਬਾਬੇ ਦੀ ਗੱਲ ਦਾ ਜੀ। ਦੇਖੋ ਮਤਲਬ ਮੈਂ ਇੱਕ ਗੱਲ ਪਹਿਲਾਂ ਵੀ ਕਹਿਣਾ ਹੁੰਦਾ, ਏਦਾਂ ਕੁਛ ਨਹੀਂ ਪੈਣਾ, ਪੋਲੀਟੀਸ਼ੀਅਨਾਂ ਕੁਛ ਨਹੀਂ ਦੇਣਾ। ਵੱਡੀ ਗੱਲ ਇਹ ਆ ਕਿ ਜਿਸ ਤਰ੍ਹਾਂ 1984 ਦੇ ਜੈਨੋਸਾਈਡ ਦਾ ਜੋ ਹਸ਼ਰ ਹੋਇਆ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰਾ ਉਸ ਵੇਲੇ ਐਵੀਡੈਂਸ ਬਰਬਾਦ ਕੀਤਾ ਗਿਆ, ਉਸੇ ਤਰੀਕੇ ਨਾਲ ਇਸ ਕੇਸ 'ਚ ਸਾਰਾ ਐਵੀਡੈਂਸ ਬਰਬਾਦ ਕੀਤਾ ਗਿਆ। ਠੀਕ ਹੈ, ਹੁਣ ਗੱਲ ਤੇ ਆ ਕੋਰਟ ਨੇ ਸਜ਼ਾ ਦੇਣੀ ਐਵੀਡੈਂਸ ਦੇ ਬਿਹਾਫ ਤੇ। ਰਾਜਨੀਤਿਕ ਰੋਟੀਆਂ ਸੇਕੀਆਂ ਜਾਣੀਆਂ ਕੇਵਲ ਤੇ ਕੇਵਲ ਬਿਆਨਬਾਜ਼ੀ ਦੇ ਉੱਪਰ। ਠੀਕ ਹੈ, ਇੱਕ ਗੱਲ ਤਾਂ ਸਪਸ਼ਟ ਸੀ ਕਿ ਭਾਈ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਣਾ, ਧਮਕੀ ਭਰੇ ਪੱਤਰ ਲੱਗਣਾ ਤੇ ਉਹਦੇ ਬਾਅਦ ਅੰਗ ਫਾੜ ਕੇ ਖਿਲਾਏ ਜਾਣਾ,
ਇਹ ਤਿੰਨੇ ਇਨਸੀਡੈਂਟਾਂ ਦੇ ਵਿਅਕਤੀ ਜਿਹੜੇ ਆਇਡੈਂਟੀਫਾਈ ਹੋ ਚੁੱਕੇ ਸੀ। ਸਭ ਨੂੰ ਪਤਾ ਸੀ ਕਿ ਭਾਈ ਇਹ ਸਰਸੇ ਵਾਲੇ ਸਾਧ ਦੇ ਚੇਲਿਆਂ ਨੇ ਕਰਵਾਇਆ। ਠੀਕ ਹੈ। ਦੂਸਰੀ ਗੱਲ, ਉਹਨਾਂ ਨੇ ਸਰੂਪ ਚੋਰੀ ਕਰ ਲਿਆ। ਉਹਨਾਂ ਨੇ ਸਰੂਪ ਚੋਰੀ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਨੇ ਸਾਰੀ ਪਲਾਨਿੰਗ ਕਰ ਲਈ ਸੀਗੀ ਕਿ ਭਾਈ ਧਮਕੀ ਭਰੇ ਪੱਤਰ ਲਾਉਣੇ ਆ ਤੇ ਭਾਈ ਇਹਦੇ ਜਿਹੜੇ ਅੰਗ ਫਾੜ ਕੇ ਖਿਲਾਰਨੇ ਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਨ ਬਿਟਵੀਨ ਜਿਹੜਾ ਕਿ ਭਾਈ ਉਹਨਾਂ ਦਾ ਜਿਹੜਾ ਪਿਓ ਆ ਉਹਨੂੰ ਮਾਫੀ ਦਿੱਤੀ ਜਾ ਰਹੀ ਆ, ਇਹ ਨਹੀਂ ਸੀ ਉਹਨਾਂ ਨੂੰ ਪਤਾ। ਠੀਕ ਹੈ। ਕਿਉਂਕਿ ਉਹ ਲਿੰਕ ਚੋਂ ਬਾਹਰ ਸੀਗੇ ਤੇ ਉਧਰੋਂ ਮਾਫੀਨਾਮਾ ਆ ਗਿਆ, ਉਧਰੋਂ ਅੰਗ ਫਾੜ ਕੇ ਖਿਲਾਰਤੇ ਤੇ ਭਾਂਬੜ ਮਚਣਾ ਹੀ ਮਚਣਾ ਸੀ। ਠੀਕ ਹੈ। ਤੇ ਫਿਰ ਭਾਂਬੜ ਮਚਣ ਤੋਂ ਬਾਅਦ ਜਿਹੜੀ ਬੇਵਕੂਫੀ ਕੀਤੀ ਉਹ ਇੱਕੋ ਹੀ ਸੀ, ਸਮੇਤ ਸੈਣੀ ਸੀ। 2012 ਚ ਸਰਕਾਰ ਜਿਹੜੀ ਸੀ ਉਹ ਸਮੇਤ ਸੈਣੀ ਦੇ ਸਿਰ ਤੇ ਬਣੀ ਸੀ। ਭਾਈ ਉਹਨੇ ਕਿੱਦਾਂ ਕਾਂਗਰਸ ਦੇ ਜਿਹੜੇ ਰੈਵਲ ਕੈਂਡੀਡੇਟ ਆ ਉਹਨਾਂ ਨੂੰ ਕਿਸ ਤਰ੍ਹਾਂ ਮਾਇਆ ਪਚਾਈ ਸੀ ਤੇ ਕਿੱਦਾਂ ਉਹਨਾਂ ਨੂੰ ਕਿਹਾ ਸੀ ਪਰਵਾਹ ਨਾ ਕਰੋ, ਖੜੇ ਰਹੋ, ਡਿੱਗਣਾ ਨਹੀਂ, ਤੇ ਕਿਸ ਤਰ੍ਹਾਂ ਉਹ ਸਾਰਾ ਕੁਝ ਪਹੁੰਚਿਆ ਸੀ ਤੇ ਕਿਵੇਂ ਸਰਕਾਰ ਬਣਾਈ ਸੀ। ਉਹਦਾ ਬੜਾ ਵੱਡਾ ਰੋਲ ਸੀਗਾ, ਉਹ ਤੋਂ ਮੁਨਕਰ ਥੋੜੀ ਹੋਇਆ ਜਾ ਸਕਦਾ। ਤੇ ਉਹਦੀ ਇਸ ਕਰਕੇ ਮੰਨਣੀ ਸੀ। ਕੁਝ ਉੱਤੋਂ ਦੇਸ਼ ਦੇ ਤੇ ਕਾਕਾ ਜੀ ਚੱਕ ਦਿਓ, ਤੇ ਉਹਨੇ ਚੱਕਿਆ। ਫਿਰ ਏਦਾਂ ਦਾ ਉਹਨੇ ਸਰਕਾਰ ਹੀ ਚੱਕ ਦਿੱਤੀ। ਜਦੋਂ ਸਿਰੋਂ ਲੰਘ ਗਿਆ ਪਾਣੀ ਤੇ ਫਿਰ ਭਾਈ ਜਦੋਂ ਵਾਹ ਵੇਲਾ ਹੋਇਆ ਤੇ ਫਿਰ ਕਿਹਾ ਕਿ ਚਲੋ ਭਾਈ ਹੁਣ ਡੀਜੀਪੀ ਬਦਲਣਾ ਪੈਣਾ, ਫਿਰ ਡੀਜੀਪੀ ਨੂੰ ਪਾਸੇ ਕਰ ਦਿੱਤਾ। ਹੁਣ ਗੱਲ ਤਾਂ ਕੁੱਲ ਮਿਲਾ ਕੇ ਆ, ਜਿਹੜੇ ਸਬੂਤ ਸਾਹਮਣੇ ਪਏ ਨੇ ਉਹ ਸਾਰੇ ਜ਼ਬਾਨੀ ਗੁਲਾਮੀ ਨੇ ਜਿਹੜੇ ਪ੍ਰਤੱਖ ਦਿਖਾਈ ਦੇ ਰਹੇ ਨੇ। ਪਰ ਹੁਣ ਗੱਲ ਆ ਕੋਰਟ ਨੇ ਐਵੀਡੈਂਸ ਮੰਗਣਾ, ਐਵੀਡੈਂਸ ਹੈ ਹੀ ਨਹੀਂ ਹੈ। ਚਲਾ ਚਾਰ ਸ਼ੀਟ ਪੇਸ਼ ਕਰ ਦੋਗੇ, ਸਭ ਕੁਝ ਕਰ ਦੋਗੇ, ਪਰ ਲੱਭਣਾ ਕੱਖ ਨਹੀਂ। ਯਾਨੀ ਕਿ ਗੱਲ ਇਹ ਆ ਕਿ ਪਿਓ ਦੀ ਲੱਤੀ ਹੋਈ ਪੱਗ ਦਾ ਇਨਸਾਫ ਜਿਹੜਾ ਉਹ ਨਹੀਂ ਮਿਲ ਰਿਹਾ ਤੇ ਨਾ ਮਿਲਣਾ। ਠੀਕ ਹੈ। ਉਹ ਵੱਖਰੀ ਗੱਲ। ਇੱਥੇ ਰੋਟੀਆਂ ਜਿੰਨੀਆਂ ਮਰਜ਼ੀ ਸੇਕਣੀਆਂ ਸੇਕ ਲਓ, ਜੋ ਕੁਛ ਮਰਜ਼ੀ ਕਰ ਲਓ। ਠੀਕ ਆ। ਅਕਾਲੀ ਦਲ ਨੇ ਇਹ ਵੀ ਇਤਰਾਜ਼ ਉਠਾਤਾ ਕਿ ਭਾਈ ਉਹਦੇ ਚ ਜਿਹੜਾ DIG ਸਰਜੀਤ ਸਿੰਘ ਪਾਇਆ ਸੀ ਉਹ ਨਹੀਂ ਆਇਆ। ਠੀਕ ਆ। ਪ੍ਰੋਸੀਕਿਊਸ਼ਨ ਦਾ ਇੱਕ ਜਿਹੜਾ ਸਾਬਕਾ ਦੂਸਰਾ ਅਧਿਕਾਰੀ ਹੈ ਜਿਹਨੂੰ ਪ੍ਰੋਸੀਕਿਊਸ਼ਨ ਦਾ ਡਾਇਰੈਕਟਰ ਲਾਇਆ ਹੋਇਆ, ਮਤਲਬ ਰਿਟਾਇਰ ਹੋਣ ਤੋਂ ਬਾਅਦ ਵੀ ਬੰਦੇ ਨੂੰ ਪ੍ਰੋਸੀਕਿਊਸ਼ਨ ਦਾ ਡਾਇਰੈਕਟਰ ਲਾਈ ਬੈਠੇ। ਮਤਲਬ ਮੈਨੂੰ ਹੈਰਾਨਗੀ ਆ। ਚਲੋ ਹਾਈ ਕੋਰਟ ਦੇ ਵਿੱਚ ਇੱਥੇ ਆ ਵੀ ਜਿਹੜਾ ਸਰਕਾਰੀ ਆ ਅਮਲਾ ਉਹ ਸਾਰਾ ਕੁਛ ਐਡਵੋਕੇਟ ਜਨਰਲ ਦੇ ਅੰਡਰ ਆਉਂਦਾ। ਠੀਕ ਹੈ। ਲੇਕਿਨ ਜਿਹੜੀਆਂ ਡਿਸਟ੍ਰਿਕਟ ਕੋਰਟਾਂ ਨੇ ਉਹ ਸਾਰੇ ਨੇ ਸਾਰੀਆਂ ਜਿਹੜਾ ਸਟੇਟ ਦਾ ਦੂਸਰਾ ਡਾਇਰੈਕਟਰ ਪ੍ਰੋਸੀਕਿਊਸ਼ਨ ਹੁੰਦਾ ਉਹਦੇ ਅੰਡਰ ਆਉਂਦੀਆਂ ਨੇ। ਠੀਕ ਹੈ। ਤੁਸੀਂ ਕਰ ਕੀ ਰਹੇ ਹੋ? ਉਹ ਅਧਿਕਾਰੀ ਨੇ ਜਾ ਕੇ ਪਹਿਲਾ ਸਵਾਲ ਉਹਨੇ ਪੁੱਛ ਲਿਆ, ਜਿੱਥੋਂ ਵਾਹ ਵੇਲਾ ਹੋ ਗਿਆ। ਤੁਸੀਂ ਕਾਨੂੰਨੀ ਨਜ਼ਰੀਏ ਤੋਂ ਉਹਨੂੰ ਨਾਲ ਲਿਆ ਸਕਦੇ ਸੀ, ਉਹਦਾ ਪੱਖ ਜਾਣ ਸਕਦੇ ਸੀ ਵੀ ਇਹਦੇ ਤੇ ਕਿਹੜਾ ਸਵਾਲ ਪੁੱਛੀਏ। ਤੁਸੀਂ ਪਹਿਲਾ ਸਵਾਲ ਉਹਨੇ ਪੁੱਛ ਲਿਆ ਤੇ ਬਾਦਲ ਸਾਹਿਬ ਅੱਗੋਂ ਧਨਾੜ ਨੇ ਉਹ ਕਹਿੰਦੇ ਕਾਕਾ ਜੀ ਪਹਿਲੀ ਗੱਲ ਤੁਸੀਂ ਰਿਟਾਇਰ ਹੋ, ਉਹ ਵੱਖਰੀ ਗੱਲ ਤੁਹਾਨੂੰ ਚਾਰਜ ਦਿੱਤਾ। ਦੂਸਰੀ ਗੱਲ ਤੁਸੀਂ ਸਿੱਟ ਦੇ ਮੈਂਬਰ ਨਹੀਂ ਹੋ, ਤੁਸੀਂ ਸਵਾਲ ਨਹੀਂ ਕਰ ਸਕਦੇ। ਤੇ ਭਾਈ ਅਗਲਾ ਪਾਸੇ ਹੋ ਗਿਆ, ਫਿਰ ਉਹ ਚੁੱਪ ਬਹਿ ਗਿਆ। ਇਸ ਕਰਕੇ ਕਿਤੇ ਨਾ ਕਿਤੇ ਬੇਵਕੂਫੀ ਕੀਤੀ ਜਾ ਰਹੀ। ਜੋ ਕੁੰਵਰ ਵਿਜੇ ਪ੍ਰਤਾਪ ਕੁਫਰ ਤੋਲ ਗਿਆ। ਮੈਂ ਤੈਨੂੰ ਦੱਸਦਾ, ਜਿਸ ਵੇਲੇ ਧਿਆਨ ਸਿੰਘ ਮੰਡ ਨੇ ਹੁਣ ਜਿਹੜੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਆ, ਅਸੀਂ ਲਾਈਵ 'ਚ ਬੈਠੇ ਸੀ ਜਿਸ ਦਿਨ ਇਹ ਪ੍ਰੋਗਰਾਮ ਸੀਗਾ। ਇਹਨਾਂ ਨੇ ਉਧਰ ਸਮਾਪਤੀ ਕਰਨੀ ਸੀ। ਮੈਂ ਉਧਰ ਵੀ ਇੱਕ ਗੱਲ ਕਹੀ ਸੀ, ਮੈਂ ਕਿਹਾ ਕੁਛ ਨਹੀਂ ਹਾਸਲ ਹੋਇਆ। ਉੱਥੇ ਇੱਕ ਪੁਲਿਸ ਅਧਿਕਾਰੀ ਸੀ ਸਾਬਕਾ, ਉਹ ਬੈਠਾ ਸੀ, ਜਿੰਨੀ ਕੋ ਮੱਤ ਹੁੰਦੀ ਆ ਉਨੀ ਕੋ ਵਰਤ ਲੈਂਦੇ ਆ। ਉਹਨੇ ਕਹਿਤਾ, ਕਹਿੰਦਾ ਜੀ ਬਹੁਤ ਕੁਝ ਹਾਸਲ ਹੋ ਗਿਆ, ਬਹੁਤ ਕੁਝ ਹਾਸਲ ਹੋ ਗਿਆ। ਮੈਂ ਕਿਹਾ ਸ਼ਾਮ ਪੈਣ ਦੋ ਜਾਂ ਦਿਨ ਚੜ੍ਹਦੇ ਤੱਕ ਜੁੱਤੀ ਖੜਕਦੀ ਦੇਖਿਓ ਕਿੱਦਾਂ ਖੜਕਦੀ ਆ। ਠੀਕ ਆ। ਉਹੀ ਕੁਝ ਹੋਇਆ। ਠੀਕ ਹੈ। ਕਈ ਵਾਰੀ ਅਸੀਂ ਕਰ ਦਿੰਦੇ ਵੀ ਬਹੁਤ ਕੁਝ ਕਰ ਲਿਆ, ਬਹੁਤ ਕੁਝ ਹਾਸਲ ਹੋ ਗਿਆ, ਬਾਅਦ ਦੇ ਵਿੱਚ ਪਤਾ ਲੱਗਦਾ ਕਿ ਭਾਈ ਕੀ ਕੁਝ ਹੋਇਆ। ਹੁਣ ਉਹ ਧਿਆਨ ਸਿੰਘ ਮੰਡ ਨੇ ਵੀ ਆ ਕੇ ਮਾਫੀ ਮੰਗੀ ਨਾ, ਤੇ ਭਾਈ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ। ਮੈਂ ਉੱਥੇ ਵੀ ਕਿਹਾ ਸੀ, ਮੈਂ ਕਿਹਾ ਭਾਈ ਜੀ ਇਹਨਾਂ ਨੇ ਸਮਝੌਤਾ ਕਰਨਾ ਸੀ, ਭਾਵੇਂ ਬਹਿ ਕੇ CM ਹਾਊਸ ਕਰ ਆਏ ਸੀ, ਤਿੰਨ ਜਿਹੜੇ ਅਫਸਰ ਮਿਨਿਸਟਰ ਸੀ ਆਉਂਦੇ, ਉਹ ਐਲਾਨ ਕਰਦੇ ਵੀ ਅਸੀਂ ਕੀ ਤੁਹਾਡਾ ਮੰਨਿਆ, ਮੰਨ ਲਿਆ। ਉਹਦੇ ਬਾਅਦ ਜਿਹੜੀ ਉੱਥੇ ਕਮੇਟੀ ਸੀ ਉਹ ਬਹਿ ਕੇ ਫੈਸਲਾ ਕਰਦੀ ਹੁਣ ਆਪਾਂ ਕੀ ਡਿਸੀਜਨ ਲੈਣਾ। ਉਹਦੇ ਬਾਅਦ ਤੁਸੀਂ ਕਰਦੇ ਕਿ ਹਾਂ ਅਸੀਂ ਸਮਾਪਤੀ ਦਾ ਐਲਾਨ ਕਰ ਰਹੇ ਹਾਂ, ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾ ਰਹੇ ਹਾਂ, ਭੋਗ ਪੈਣਗੇ, ਫੇਰ ਸਮਾਪਤੀ ਕਰਾਂਗੇ। ਇਹ ਤੇ ਹੁੰਦਾ ਸੀਗਾ ਇੱਕ ਠੀਕ ਆ ਵਿਧੀ ਵਿਧਾਨ ਸੀ। ਤੁਸੀਂ ਕੀਤਾ ਅਖੰਡ ਪਾਠ ਸਾਹਿਬ ਆਰੰਭ ਕਰਤੇ, ਪਰਸੋਂ ਨੂੰ ਮੰਤਰੀ ਆਉਣਗੇ, ਆ ਕੇ ਐਲਾਨ ਕਰਨਗੇ। ਜਦੋਂ ਤੁਸੀਂ ਸਮਾਪਤੀ ਦੇ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਤੇ ਕੀਤਾ ਕੀ? ਉੱਥੇ ਵੀ ਰਾਜਨੀਤੀ ਹੋ ਗਈ। ਮਤਲਬ ਹਰ ਧਿਰ ਨੇ ਇਹਦੇ ਤੇ ਰਾਜਨੀਤੀ ਕੀਤੀ ਆ। ਉਸ ਵਕਤ ਦੀ ਮੌਜੂਦਾ ਸਰਕਾਰ ਨੇ ਕੀਤੀ, ਉਸ ਵਕਤ ਦੇ 5 ਸਿੰਘ ਸਭਾਨ ਨੇ ਕੀਤੀ, ਜਿਨ੍ਹਾਂ ਨੇ ਪਹਿਲਾਂ ਮਾਫੀਨਾਮਾ ਤੇ ਫੇਰ ਭਾਈ ਮਾਫੀਨਾਮਾ ਵਾਪਸ ਵੀ ਲਿਆ। ਠੀਕ ਹੈ। ਇਹ ਸਾਰਾ ਕੁਝ ਉਹਨਾਂ ਨੇ ਕੀਤਾ। ਉਹ ਵੀ ਕਿਤੇ ਨਾ ਕਿਤੇ ਕਟਹਿਰੇ 'ਚ ਖੜੇ ਹੋਏ। ਜਿਹੜੀਆਂ ਉਸ ਵਕਤ ਪੰਥਕ ਜਥੇਬੰਦੀਆਂ ਸੀ ਉਹ ਵੀ ਕਟਹਿਰੇ 'ਚ ਖੜੀਆਂ ਹੋਈਆਂ, ਜਿਹੜੀਆਂ ਚੱਬੇ ਦੀ ਧਰਤੀ ਤੇ ਜਾ ਕੇ ਬਹਿ ਗਈਆਂ, ਜਿਹੜੀਆਂ ਨਵਾਂ ਇਤਿਹਾਸ ਸਿਰਜਣ ਲੱਗੀਆਂ ਸੀ। ਪਰ ਜਿਸ ਦਿਨ 2017 ਦੀ ਚੋਣ ਆਈ ਤੇ ਸਾਰੇ ਦੀ ਜ਼ਮਾਨਤਾਂ ਜ਼ਬਤ ਸੀ, ਕਿਸੇ ਦੇ
ਪੱਲੇ ਕੱਖ ਨਹੀਂ ਸੀ, ਕੇਵਲ ਤੇ ਕੇਵਲ ਰੋਟੀਆਂ ਸੇਕਣ ਵਾਲੀ ਫੌਜ ਸੀਗੀ, ਹੋਰ ਕੁਛ ਨਹੀਂ ਆਇਆ। ਇਸ ਕਰਕੇ ਜਿਹੜਾ ਕੁਛ ਵੀ ਹੋਇਆ ਇਹਦੇ ਤੇ ਕੱਟ ਨਹੀਂ ਲੱਭਣਾ। ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਭਾਈ ਜਿਹੜੇ ਦੋਸ਼ੀ ਸੀ, ਸੁਰਿੰਦਰ ਵੀਰ ਜ਼ਿਕਰ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਜਿਹੜਾ ਪ੍ਰੋਸੀਕਿਊਸ਼ਨ ਦਾ ਡਾਇਰੈਕਟਰ ਸੀ ਵਿਜੇ ਸਿੰਗਲਾ, ਉਹਦੀ ਉੱਥੇ ਹਾਜ਼ਰੀ ਜਦੋਂ ਪਤਾ ਸੀ ਕਿ ਟੈਕਨੀਕਲ ਪੁਆਇੰਟ ਹੈ, ਕਿਉਂਕਿ ਸਿੱਟ ਦੇ ਨਾਲ ਉਸ ਸੇਵਾ ਮੁਕਤ ਹੋ ਚੁੱਕੇ ਅਧਿਕਾਰੀ ਦਾ ਸਵਾਲ ਪੁੱਛਣ ਜਾਣਾ, ਜਿਹਨੇ ਪਹਿਲਾ ਸਵਾਲ ਹੀ ਸਿੰਗਲਾ ਨੇ ਪੁੱਛਿਆ, ਵਿਜੇ ਸਿੰਗਲਾ ਨੇ, ਇਹ ਹਾਈ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਬਣਦਾ। ਅਤੇ ਫਿਰ ਕੀ ਜਾਣਬੁੱਝ ਕੇ ਇਸ ਤਰ੍ਹਾਂ ਇਸ ਸਿੱਟ 'ਤੇ ਵੀ ਸਵਾਲ ਖੜ੍ਹੇ ਹੋਣਗੇ ਜਿਵੇਂ ਪਹਿਲਾਂ ਵਾਲੀ 'ਤੇ ਖੜ੍ਹੇ ਹੋ ਗਏ ਕਿ ਉਹ ਤਾਂ ਜੀ ਦੇਖੋ ਵਨ ਮੈਨ ਸ਼ੋਅ ਹੈ, ਉਹ 'ਤੇ ਪ੍ਰੈਸ ਬਿਆਨ ਦਿੰਦਾ। ਹੁਣ ਜਦੋਂ ਪਹਿਲੇ ਹੀ ਦਿਨ ਇਹ ਹੋਇਆ ਅਤੇ ਪਹਿਲੇ ਦਿਨ ਇਹਨਾਂ ਨੇ ਇਹ ਤਕਨੀਕੀ ਗਲਤੀ ਕੀਤੀ ਹੈ, ਇਹ ਹੁਣ ਔਨ ਰਿਕਾਰਡ ਹੋ ਗਿਆ ਕਿ ਉਹ ਬੰਦਾ ਰਿਟਾਇਰ ਹੈ। ਇਹਦਾ ਮਤਲਬ ਕਿ ਇੱਕ ਏਜੰਡੇ ਦੇ ਤਹਿਤ ਹੁਣ ਇਹਨੂੰ ਅਕਾਲੀਆਂ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਨ ਦਾ ਮੌਕਾ ਮਿਲ ਗਿਆ ਇਸ ਸਿੱਟ ਨੂੰ ਕਿ ਇਹਦੀ ਤਾਂ ਅਥੈਂਟਿਸਿਟੀ ਨਹੀਂ ਕੋਈ, ਇੱਕ ਰਿਟਾਇਰਡ ਅਧਿਕਾਰੀ ਉੱਥੇ ਬੈਠਦਾ ਹੈ, ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ। ਇਸ ਕਰਕੇ ਇਸ ਸਿੱਟ ਦਾ ਵੀ ਉਵੇਂ ਜਿਹੜੀ ਕੰਵਰ ਵਿਜੇ ਪ੍ਰਤਾਪ ਵਾਲੀ ਉਹ ਪੱਤਾ ਸਾਫ਼ ਹੋ ਜਾਣਾ ਕਿ ਸਿੱਟ ਦੇ ਨਾਂ 'ਤੇ ਸਿਆਸਤ। ਇਹ ਜਾਣਬੁੱਝ ਕੇ ਇਹਨਾਂ ਨੇ ਤਕਨੀਕੀ ਗਲਤੀ ਕੀਤੀ ਹੈ। ਇਹੀ ਸਵਾਲ ਜਿਹੜਾ ਸਿੰਗਲਾ ਪੁੱਛਦਾ, ਰਿਟਾਇਰ ਹੋ ਚੁੱਕਿਆ, ਇਹ ਮੌਜੂਦਾ ਅਧਿਕਾਰੀ ਪੁੱਛ ਸਕਦਾ ਸੀ। ਇਹਨਾਂ ਨੇ ਜਾਣਬੁੱਝ ਕੇ ਕਾਂਗਰਸ ਪਾਰਟੀ ਨੇ ਲੂਪਹੋਲ ਛੱਡਿਆ ਜੀ। ਧਰਮਿੰਦਰ ਕੱਲਾ ਇੱਥੇ ਨਹੀਂ ਹੋਇਆ, ਬਹੁਤ ਜਗ੍ਹਾ ਤੇ ਇਹੀ ਕੁਛ ਹੁੰਦਾ ਵਾ। ਪਹਿਲੀ ਤਾਂ ਗੱਲ, ਜਦੋਂ ਕੋਈ ਵੀ ਮਾਮਲਾ ਜਿਹੜਾ ਉਹ ਥੋੜਾ ਜਿਹਾ ਲੰਬਾ ਹੋ ਜਾਂਦਾ ਤੇ ਉਹਦਾ ਐਵੀਡੈਂਸ ਬਹੁਤਾ ਜਿਹੜਾ ਉਹ ਖੁੱਸ ਜਾਂਦਾ, ਮਤਲਬ ਇਹ ਕਹਿ ਦੋ ਕਿ ਤੁਹਾਡੇ ਪੱਲੇ ਕੁਛ ਨਹੀਂ ਰਹਿੰਦਾ। ਮੈਂ ਰਵੀ ਸਿੱਧੂ ਵਾਲੇ ਕੇਸ 'ਚ ਵੀ ਦੇਖਿਆ ਸੀਗਾ, ਕੀ ਹੋਇਆ ਕਿ ਉਹਦੇ ਲੋਕਰਾਂ 'ਚ ਜਿਹੜਾ ਪੈਸਾ ਸੀ ਉਹ ਗਿਣਤੀ ਦਾ ਨਹੀਂ ਸੀ, ਜਿਹੜਾ ਉਹਦੇ ਘਰੋਂ ਪਕੜਿਆ ਸੀ ਰਾਤ ਨੂੰ ਉਹ ਵੀ ਗਿਣਤੀ ਦਾ ਨਹੀਂ ਸੀ, ਜਿਹੜਾ ਰਾਤ ਨੂੰ ਘਰੋਂ ਪਕੜਿਆ ਉਹਦੀ ਵੀ ਵੰਡ ਵੰਡਾਈ ਲਈ ਬਾਅਦ 'ਚ ਲੜਾਈ ਹੋਈ। ਜਿਹੜਾ ਉਹਦੇ ਲੋਕਰਾਂ 'ਚੋਂ ਕੱਢਿਆ ਉਹਦੇ 'ਚੋਂ ਸਿਰਫ 10% ਸ਼ੋਅ ਕੀਤਾ ਗਿਆ, 90% ਜਿਹੜੇ ਉਸ ਵੇਲੇ ਦੇ ਇਨਵੈਸਟੀਗੇਟਿੰਗ ਆਫੀਸਰ ਸੀ ਸਾਰੇ ਨਿਕਲ ਗਏ। ਠੀਕ ਹੈ, ਮੈਂ ਉਦੋਂ ਵੀ ਸਵਾਲ, ਉਸ ਵੇਲੇ ਡਿਸਟ੍ਰਿਕਟ ਅਟਾਰਨੀ ਸੀ, ਬਾਕੀ ਸੀ, ਮੈਨੂੰ ਕਹਿੰਦੇ ਕੀ ਹੋਣਾ ਚਾਹੀਦਾ। ਮੈਂ ਕਿਹਾ ਆ ਜਿਹੜਾ ਗੱਲ ਤੇ ਆ ਵੀ ਇਹ ਜੱਜ ਦੀ ਨਿਗਰਾਨੀ 'ਚ ਖੋਲੇ ਜਾਣੇ ਚਾਹੀਦੇ ਸੀ। ਕਹਿੰਦੇ ਇਹੀ ਤਾਂ ਬੇੜਾ ਗਰਕ ਹੋਇਆ। ਮੈਂ ਕਿਹਾ ਤੁਸੀਂ ਕਿੱਥੇ ਬੈਠੇ ਸੀ, ਤੁਸੀਂ ਦੱਸੋ, ਤੁਹਾਡੀ ਕੀ ਡਿਊਟੀ ਸੀ? ਕਹਿੰਦੇ ਸਾਨੂੰ ਪੁੱਛਿਆ ਨਹੀਂ ਵਿਜੀਲੈਂਸ ਨੇ, ਉਹਨਾਂ ਨੇ ਸਿਰਫ ਆ ਕੇ ਸਾਈਨ ਕਰਵਾ ਲਿਆ। ਮੈਂ ਕਿਹਾ ਤੁਸੀਂ ਸਾਈਨ ਨਾ ਕਰਦੇ, ਕਹਿੰਦੇ ਡੰਡਾ ਏਡਾ ਸੀ, ਅਸੀਂ ਕੀ ਕਰਦੇ, ਸਾਨੂੰ ਸਾਈਨ ਕਰਨੇ ਪੈਣੇ ਸੀ। ਮੈਂ ਕਿਹਾ ਫਿਰ ਜੇ ਸਿਗਨੇਚਰ ਕਰ ਦਿੱਤੇ ਫਿਰ ਭਾਈ ਤੁਹਾਡੇ ਪੱਲੇ ਹੀ ਕੁਛ ਨਹੀਂ ਹੈ, ਤੁਸੀਂ ਕੀ ਕਰੋਗੇ? ਮੁੱਕਦੀ ਗੱਲ ਕਿ ਜਾਣਬੁੱਝ ਕੇ ਇਹਨਾਂ ਨੇ ਲੂਪਹੋਲ ਛੱਡਿਆ ਵੀ ਮਤਲਬ ਇੱਕ ਰਿਟਾਇਰਡ ਅਧਿਕਾਰੀ ਨੂੰ ਉੱਥੇ ਭੇਜਣਾ ਤੇ ਮੀਡੀਆ 'ਚ ਉਹਦੀ ਸ਼ਮੂਲੀਅਤ ਦੀਆਂ ਚਰਚਾਵਾਂ ਹੋ ਜਾਣਗੀਆਂ। ਇਹ ਪ੍ਰੂਫ ਹੋ ਗਿਆ, ਵੀਡੀਓਗ੍ਰਾਫੀ 'ਚ ਵੀ ਹੋ ਗਿਆ ਤੇ ਉਸ ਇਨਵੈਸਟੀਗੇਸ਼ਨ 'ਚ ਵੀ। ਜਿਸ ਤਰ੍ਹਾਂ ਰਿਟਾਇਰਡ ਅਧਿਕਾਰੀ ਨੇ ਇਹ ਸਵਾਲ ਪੁੱਛਿਆ ਤਾਂ ਉਹਨਾਂ ਦੇ ਜਿਹੜੇ ਮਿੰਟਸ ਰਿਕਾਰਡ ਹੁੰਦੇ ਨੇ, ਵੀਡੀਓਗ੍ਰਾਫੀ ਵੀ ਕਰਦੇ ਨੇ, ਉਹਨਾਂ ਦਾ ਸਾਰਾ ਉੱਥੇ ਜਾਣ ਦੀ ਕਾਰਵਾਈ ਵੀ ਰਿਕਾਰਡ ਕੀਤੀ ਜਾਂਦੀ ਹੈ। ਉਹਦੇ 'ਚ ਇਸ ਵਿਜੇ ਸਿੰਗਲਾ ਦੀ ਸ਼ਮੂਲੀਅਤ ਉੱਥੇ ਹੋ ਗਈ, ਜਿਹੜੀ ਬਹੁਤ ਵੱਡੀ ਮਿਸਟੇਕ ਪਹਿਲੇ ਦਿਨ ਜਾਣਬੁੱਝ ਕੇ ਕੀਤੀ ਗਈ। ਆਪਾਂ ਇਹਦੇ 'ਤੇ ਗੱਲ ਕਰਾਂਗੇ। ਗੁਰਮੇਲ ਸਿੰਘ ਸਿੱਧੂ ਵਿਨੀਪੈਗ ਤੋਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ, ਦੋਨੇ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਹਾਂਜੀ, ਤੇ ਹੋ ਸਕਦਾ ਮੇਰੀ ਗੱਲ ਵਿਸ਼ੇ ਤੋਂ ਹਟ ਕੇ ਹੋਵੇ, ਪਰ ਮੈਂ ਨਾ ਖਬਰ ਦੀ ਗੱਲ ਕਰਦਾ। ਹਾਂਜੀ, ਕਈ ਮਹੀਨੇ ਪਹਿਲਾਂ ਮੈਂ ਇੱਕ ਖਬਰ ਪੜ੍ਹੀ ਸੀ ਵੀ ਇੰਡੀਆ ਦੇ ਵਿੱਚ ਨਾ ਕਿਸੇ ਨੇ ਰਿਟ ਦਾਇਰ ਕਰੀ ਆ ਵੀ ਜਿਹੜਾ ਸਾਡਾ ਇਹ ਫਾਟਕ ਆ ਤੇ ਇਹਨੂੰ ਥੋੜਾ ਜਿਹਾ ਉੱਚਾ ਕਰੋ ਵੀ ਸਾਨੂੰ ਇੱਥੋਂ ਲੰਘਣਾ ਸੌਖਾ ਹੋ ਜਾਵੇ ਜਦੋਂ ਫਾਟਕ ਲੱਗਿਆ ਹੁੰਦਾ। ਤੇ ਅੱਜ ਮੈਂ ਖਬਰ ਇੱਕ ਪੜ੍ਹੀ ਆ ਵੀ ਕਿਸੇ ਦੀਆਂ 800 ਕਿਲੋ ਗਾਂ ਦੇ ਗੋਏ ਦੀਆਂ, ਕਿਸੇ ਨੇ ਗਾਂ ਦਾ ਗੋਏ ਦੀਆਂ ਪਾਥੀਆਂ ਚੋਰੀ ਕਰ ਲਈਆਂ ਤੇ ਉਹ ਤੇ ਰਿਟ ਦਾਇਰ ਹੋ ਗਈ ਤੇ ਉਹ ਤੇ ਉਹਨਾਂ ਨੇ ਕਹਿ ਲਓ ਵੀ ਜਿਵੇਂ SIT ਮੰਗੂ ਉਹਦੇ ਤੇ ਜਾਂਚ ਵੀ ਬਿਠਾਤੀ। ਤੇ ਮੇਰਾ ਕਹਿਣ ਤੋਂ ਮਤਲਬ ਇਹ ਆ ਵੀ ਆਪਾਂ ਕੀ ਉਮੀਦ ਕਰ ਸਕਦੇ ਹਾਂ ਜੀ? ਇਸ ਅਦਾਲਤ 'ਚ ਬੰਦੇ ਵਿਰਕ ਹੋ ਗਏ। ਗੱਲ ਤੇ ਤੁਹਾਡੇ ਕੋਲ ਦਰੁਸਤ ਆ ਬਾਈ ਜੀ, ਮਿਹਰਬਾਨੀ, ਥੈਂਕ ਯੂ ਸਿੱਧੂ ਸਾਹਿਬ। ਕਿਉਂਕਿ ਉਹ ਕਹਿੰਦੇ ਆ ਨਾ ਕਿ ਇੱਥੇ ਸਾਕ ਮਿਲਦਿਆਂ ਦੇ, ਖੇਤ ਵਾਹੁੰਦਿਆਂ ਦੇ, ਵਗਦਿਆਂ ਖੂਹਾਂ ਦਾ ਪਾਣੀ ਸਾਫ਼ ਹੁੰਦਾ। ਇੱਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ? ਜ਼ੋਰਾਵਰਾਂ ਦੇ ਨਾਲ ਇਨਸਾਫ ਹੁੰਦਾ। ਜੇ ਤੁਸੀਂ ਇਨਸਾਫ ਲੈਣਾ ਤਾਂ ਤੁਹਾਨੂੰ ਜ਼ੋਰਾਵਰ ਜਾਣੀ ਕਿ ਤਕੜੇ ਹੋਣਾ ਪੈਣਾ, ਤਾਂ ਤੁਹਾਨੂੰ ਜੁਡੀਸ਼ੀਅਲ ਜਿਹੜਾ ਜਸਟਿਸ ਮਿਲੇਗਾ। ਕੈਪਟਨ ਚਮਕੌਰ ਸਿੰਘ ਜੀ ਸਵਾਗਤ ਹੈ ਤੁਹਾਡਾ, ਵੈਲਕਮ। ਕੈਪਟਨ ਸਾਹਿਬ ਸਵਾਗਤ, ਵੈਲਕਮ। ਸਤਿ ਸ਼੍ਰੀ ਅਕਾਲ ਸਰ। ਅੱਛਾ, ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਜੀ, ਬਸ ਨੁਕਤੇ ਦੀ ਗੱਲ। ਇੱਕ ਇਹੀ ਗੱਲ ਤੇ ਤਾਂ ਸਿੱਧੂ ਰੋ ਰਿਹਾ, ਉਹ ਕਹਿੰਦਾ ਵੀ ਇਹ ਰਲੇ ਹੋਏ ਨੇ, ਇਹ ਜਾਣ ਬੁੱਝ ਕੇ ਕਰ ਰਹੇ ਨੇ। ਜੋ ਇਹ ਲੂਪਹੋਲ ਰੱਖ ਰਹੇ ਨੇ ਕੱਲ ਨੂੰ ਬਲਕਿ ਕੇਸ ਹਾਰਨ ਵਾਸਤੇ, ਇਹ ਸਿੰਗਲੇ ਨੂੰ ਕਿਉਂ ਪਾਇਆ ਇਹਨਾਂ ਨੇ? ਇਹ ਸਭ ਇਹਨਾਂ ਦੀ ਮਿਲੀ ਭੁਗਤ ਹੈ। ਉਹੀ ਤਾਂ ਸਿੱਧੂ ਰੋਂਦਾ ਵਿਚਾਰਾ। ਟੈਕਨੀਕਲ ਪੁਆਇੰਟ, ਇਹ ਜਾਣ ਬੁੱਝ ਕੇ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਜਿਹੜੀ ਪਿਛਲੀ ਸਿੱਟ ਦਾ ਉਹੀ ਰਿਜ਼ਲਟ ਇਸ ਸਿੱਟ ਦਾ ਨਿਕਲਣਾ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਜੀ।
ਇਹ ਸਭ ਮਿਲੀ ਭੁਗਤ ਹੈ। ਇਹ 75-25 ਵਾਲਾ ਕੰਮ 70-30 ਵਾਲਾ ਠੀਕ ਹੈ, ਬਿਲਕੁਲ ਸਹੀ ਤੁਹਾਡੀ ਗੱਲ ਜੀ। ਜੀ ਤੁਸੀਂ ਨੈਟਵਰਕ ਕਿਹੜਾ ਯੂਜ਼ ਕਰਦੇ ਹੋ ਕੈਪਟਨ ਸਾਹਿਬ? ਕੁਆਲਿਟੀ ਬਹੁਤ ਗੁੱਡ ਹੈ। ਏਅਰਟੈਲ ਹੈ ਜਾਂ? ਮੇਰੇ ਕੋਲ ਤਾਂ ਇਹੀ ਹੈ ਜੀ, ਆਪਣਾ ਏਅਰਟੈਲ। ਹਾਂਜੀ, ਏਅਰਟੈਲ ਦਾ ਗੁੱਡ ਕੁਆਲਿਟੀ, ਵੈਰੀ ਗੁੱਡ ਕੁਆਲਿਟੀ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਮਿਹਰਬਾਨੀ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬੇਕਰਸਫੀਲਡ ਤੋਂ ਬਾਈ ਜੀ ਸੁਖੀ ਘੁੰਮਣ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਹੈ ਬੇਕਰਸਫੀਲਡ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ, ਜਿਪ ਕੋਡ 93307। ਇੱਥੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਜਿੱਥੇ ਭਾਰਤੀ ਅਤੇ ਵਿਦੇਸ਼ੀ ਖਾਣਿਆਂ ਦਾ ਆਨੰਦ ਲੈ ਸਕਦੇ ਹੋ। ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਇਹਨਾਂ ਦੀ ਖਾਸੀਅਤ ਹੈ। ਇੱਥੇ ਡੀਜ਼ਲ ਪਵਾ ਸਕਦੇ ਹੋ, ਟਰੱਕ ਤੋਂ ਆ ਸਕਦੇ ਹੋ। ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ 'ਤੇ ਯੂਨੀਅਨ ਵਿਲੇਜ ਟਰੱਕ ਸਟਾਪ ਹੈ। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਅਤੇ ਇਸ ਦੇ ਨਾਲ ਨਾਲ ਆਪਣੇ ਜਿਹੜੇ ਅਗਲੇ ਸਪੋਂਸਰ ਨੇ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ, ਜਿਨ੍ਹਾਂ ਕੋਲ ਸਿਆਟਲ ਦੇ ਵਿੱਚ ਤੁਸੀਂ ਲੋਕਲ ਲੋਡ ਚੁੱਕ ਸਕਦੇ ਹੋ। ਲੰਮੇ ਰੂਟ 'ਤੇ ਨਹੀਂ ਜਾਣਾ ਚਾਹੁੰਦੇ ਤਾਂ ਟਰੱਕ ਆਪਰੇਟਰ ਅਤੇ ਓਨਰ ਆਪਰੇਟਰ ਅਤੇ ਟਰੱਕ ਡਰਾਈਵਰ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ। ਤੁਹਾਡੀ ਸਹੂਲਤ ਮੁਤਾਬਕ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਮਿਲਦੀ ਹੈ। ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਹੈ 253 266 6924 253 266 6924 ਅਤੇ ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060 ਨੰਬਰ ਹੈ। ਸਿਆਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਦਾ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਤੁਸੀਂ ਕੈਨੇਡਾ ਦੇ ਵਿੱਚ ਨਵੇਂ ਆਏ ਹੋ, ਡਰਾਈਵਰ ਹੋ, ਰਿਨਿਊਵਲ ਹੋਣ ਵਾਲੀ ਅਤੇ ਕਾਲ ਨਾ ਕਰੋ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਮੁਤਲਕ ਰਾਬਤਾ ਬਣਾਓ ਭੈਣ ਮਨਦੀਪ ਕੌਰ ਜੀ ਨਾਲ। ਟੋਰਾਂਟੋ ਦੇ ਵਿੱਚ ਨੇ, ਜਿਨ੍ਹਾਂ ਦਾ ਨੰਬਰ ਹੈ 647 615 5000 647 615 5000। ਇਨਕਮ ਟੈਕਸ ਦੀ ਰਿਟਰਨ ਭਰਨੀ ਹੈ, ਇੰਡੀਵਿਜੂਅਲ ਕਾਰੋਬਾਰ ਦੀ ਰਿਟਰਨ, ਬਿਜ਼ਨਸ ਦੀ ਰਿਟਰਨ ਫਾਈਲ ਕਰਨੀ ਹੈ ਤਾਂ ਯਾਦ ਰੱਖੋ ਤਰਸੇਮ ਸਿੰਘ ਗਿੱਲ CPA ਅਮਰੀਕਾ ਦੇ ਪੜ੍ਹੇ ਨੇ, ਨਿਊਯਰਸੀ ਨਿਊਯਾਰਕ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਵਾਸਤੇ ਨੇ। ਵੱਡੀਆਂ ਟੈਕਸ ਫਰਮਾਂ ਦੇ ਵਿੱਚ 5 ਸਾਲ ਤੋਂ ਵੱਧ ਸਮਾਂ ਕੰਮ ਕੀਤਾ ਹੈ ਅਤੇ ਤੁਸੀਂ ਤੁਹਾਡੀ ਬਿਹਤਰੀ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਰਿਟਰਨ ਫਾਈਲ ਕਰ ਸਕਦੇ ਨੇ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਇਮੀਗ੍ਰੇਸ਼ਨ ਦਾ ਕੋਈ ਕੰਮ ਹੈ ਅਮਰੀਕਾ ਦੇ ਵਿੱਚ ਤਾਂ ਸੰਪਰਕ ਕਰੋ ਤਰਸੇਮ ਸਿੰਘ ਗਿੱਲ ਦੇ ਨਾਲ। 484 764 9861 484 764 9861 ਤਰਸੇਮ ਸਿੰਘ ਗਿੱਲ ਦਾ ਨੰਬਰ ਹੈ। ਸਾਡਾ ਜ਼ਿਕਰ ਕਰਨ 'ਤੇ ਰਿਆਇਤ ਅਤੇ ਰੂੰਗਾ ਥੋੜ੍ਹਾ ਮਿਲੇਗਾ। ਅਤੇ ਇਸੇ ਤਰ੍ਹਾਂ ਸੁਰਿੰਦਰ ਵੀਰ YouTube 'ਤੇ ਥੋੜ੍ਹੀ ਨਜ਼ਰ ਮਾਰ ਲਈਏ, ਅਜੇ ਆਪਣੇ ਕਮੈਂਟ ਜਿਹੜੇ ਆਏ ਨੇ ਉਹਨਾਂ ਦਾ ਵੀ ਆਪਾਂ ਜ਼ਿਕਰ ਕਰ ਲਈਏ। ਕੋਈ ਸਵਾਲ ਹੁੰਦਾ ਹੈ, ਧਰਮ ਸਿੰਘ ਗੰਢੇ, ਸੁਖਚੈਨ ਗਿੱਲ, ਗੁਰਪ੍ਰੀਤ ਸਿੰਘ ਕਹਿੰਦੇ ਪਰਤ ਤੋਂ ਜਾਣਕਾਰੀ ਚੰਗੀ ਹੈ, ਰਮਨਦੀਪ ਚੋਪੜਾ ਸਾਹਿਬ ਜਤਿੰਦਰ ਸ਼ਿਕਾਗੋ ਤੋਂ, ਬਲਜਿੰਦਰ ਸਿੰਘ ਬਾਈ ਜੀ, ਭੁਪਿੰਦਰਪਾਲ ਸਿੰਘ ਕੁਲਸੀ ਸਾਹਿਬ ਮੇਰੇ ਖਿਆਲ ਚੰਡੀਗੜ੍ਹ ਨੇ, ਇਹਨਾਂ ਦਾ ਕੰਸਟਰਕਸ਼ਨ ਦਾ ਕੰਮ ਹੈ। ਕਹਿੰਦੇ ਬਾਈ ਜੀ ਪੰਜਾਬੀ ਜਾਗ ਰਹੇ ਨੇ, ਬਸ ਲੀਡਰ ਜਾਗ ਜਾਣ ਹੁਣ। ਜਗਤਾਰ ਸਿੰਘ ਕੰਗ ਸਾਹਿਬ ਲਿਖਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਮੈਲਬੌਰਨ ਆਸਟ੍ਰੇਲੀਆ ਤੋਂ ਭਰਾ ਨੂੰ ਵੇਖ ਰਹੇ ਨੇ ਜਗਤਾਰ ਸਿੰਘ ਕੰਗ। ਗੜਸ਼ੰਕਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਤਾਲੁਕ ਹੈ। ਹਰਦੇਵ ਸਿੰਘ ਕਮਲ ਬਾਈ ਜੀ ਥੈਂਕ ਯੂ। ਪੀਪਲ ਹੂ come to hear Sidhu are not his follower, they come to enjoy ਗੱਪਾਂ। ਕੁਲਦੀਪ ਸਿੰਘ ਰਤਨਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਤੋਂ। ਹਰਵਿੰਦਰ ਸਿੰਘ ਕਹਿੰਦੇ ਜੇਕਰ ਸਿਆਸਤ 'ਚ ਕੋਈ ਨਵਾਂ ਆਉਂਦਾ ਤਾਂ ਬਾਦਲ ਦਲ ਉਹਨਾਂ ਦੇ ਇਸ ਤਰ੍ਹਾਂ ਮਗਰ ਪੈਂਦਾ ਜਿਵੇਂ ਹੱਡਾ ਰੋੜੀ ਦੇ ਕੁੱਤੇ ਪੈਂਦੇ ਨੇ। ਤਸ਼ਬੀਹਾਂ ਤਾਂ ਬਾਹਲੀਆਂ ਘੈਂਟ ਦਿੰਦੇ ਹੋ ਯਾਰ ਨੌਨ ਵੈਜ। ਮਨਦੀਪ ਸਿੰਘ ਥੈਂਕ ਯੂ। ਚਲੋ ਹੋ ਜਾਂਦਾ, ਅਸੀਂ ਵੀ ਕਈ ਵਾਰੀ ਬਾਹਲੀ ਕੱਚੇ 'ਚ ਲੈ ਜਾਂਦੇ ਹਾਂ, ਕੋਸ਼ਿਸ਼ ਕਰੀ ਦੀ ਹੈ ਸੱਭਿਆਚਾਰ ਦੇ ਉਹਦੇ 'ਚ ਲਪੇਟ ਕੇ ਦਿੱਤੀ ਜਾਵੇ ਗੱਲ। ਗੁਰਤੇਜ ਸਿੰਘ ਪਾਵਰਾ, BS ਜਵੰਦਾ ਸਾਹਿਬ ਅਤੇ ਇਸ ਦੇ ਨਾਲ ਨਾਲ ਤਰਲੋਚਨ ਸਿੰਘ ਅਤੇ ਸਿੱਧੂ ਜੇਕਰ ਆਮ ਆਦਮੀ ਪਾਰਟੀ ਸ਼ਾਮਲ ਹੁੰਦਾ ਸਰਕਾਰ ਬਣ ਸਕਦੀ ਹੈ, ਪਰ ਭਗਵੰਤ ਮਾਨ ਨੇ ਸ਼ਾਮਲ ਨਹੀਂ ਹੋਣ ਦੇਣਾ, ਇਸ ਲਈ ਇਹ ਕਾਂਗਰਸ ਦੇ ਵਿੱਚ ਹੀ ਰਹੂਗਾ। ਹੈਪੀ ਸਿੰਘ ਬਾਈ ਜੀ ਥੈਂਕ ਯੂ। ਸਿੱਧੂ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ। ਸਿਕੰਦਰ ਸਿੰਘ ਔਜਲਾ ਕਹਿੰਦੇ ਮੈਨੂੰ ਲੱਗਦਾ ਹਰੀਸ਼ ਰਾਵਤ ਨੇ ਇਕੱਲਾ ਬਹਿ ਕੇ ਆਪਣੇ ਵਾਲ ਪੱਟਣੇ ਨੇ। ਕਹਿੰਦਾ ਉਹ ਕਿਹੋ ਜਿਹੇ ਨੇ ਜੱਟ, ਅਤੇ ਅੱਜ ਕਿਸ ਦੇ ਵਾਲ ਕਿਸ ਦੇ ਹੱਥ ਆ। ਹਾਂ ਇਹ ਅੱਜ ਪਤਾ ਲੱਗ ਸਕਦਾ ਜੀ। ਦੇਖੋ ਹੈਰੀ ਨਾਲ ਸਾਹਿਬ ਅਤੇ ਤਰਲੋਚਨ ਸਿੰਘ ਥੈਂਕ ਯੂ। ਕੁਲਦੀਪ ਸਿੰਘ ਗਰੋਵਰ ਗੋਨਿਆਣਾ ਤੋਂ। ਪਰਮਜੀਤ ਕੌਰ ਭੈਣ ਜੀ ਥੈਂਕ ਯੂ। ਡਾਕਟਰ ਸਮਰਾ ਸਾਹਿਬ ਲਿਖਦੇ ਨੇ ਜੀ ਸੁਰਿੰਦਰ ਸਿੰਘ, ਉਹਨਾਂ ਨੇ ਆਪਣੀਆਂ ਟਿੱਪਣੀਆਂ ਦੇ ਵਿੱਚ ਕਾਂਗਰਸ ਆਪ ਅਤੇ ਬਾਦਲਾਂ ਦੀ ਹਾਲਤ ਬਾਰੇ ਸਪਸ਼ਟ ਕਰ ਦਿੱਤਾ। ਕੁਝ ਸਰੋਤੇ ਵੀ ਇਹਨਾਂ ਦੀ ਹਾਲਤ ਬਾਰੇ ਦੱਸ ਰਹੇ ਨੇ। ਸਾਡਾ ਹਲਕਾ ਸੁਰਿੰਦਰ ਸਿੰਘ ਜੀ ਕਹਿੰਦੇ
ਦਾਖਾ ਦੇ ਵਿੱਚ ਆਪ ਦੀ ਹਾਲਤ ਜ਼ੀਰੋ ਹੈ। ਡਾਕਟਰ ਸਮਰਾ ਕਹਿੰਦੇ ਜੀ ਸੁਰਿੰਦਰਵੀਰ ਦਾਖਾ 'ਚ ਕਹਿੰਦੇ ਬਹੁਤ ਮਾੜੀ ਹਾਲਤ ਹੈ ਆਮ ਆਦਮੀ ਪਾਰਟੀ ਦੀ। ਹਰਦੀਪ ਸਿੰਘ ਧਾਲੀਵਾਲ ਕਹਿੰਦੇ ਮਲੇ ਨਹਿਰਾਂ ਦੇ ਕੰਢੇ ਹੈਗੇ ਆ। ਕਹਿੰਦੇ ਤਰਲੋਚਨ ਸਿੰਘ ਦੇ 2017 ਦੇ 'ਚ ਆਮ ਆਦਮੀ ਪਾਰਟੀ ਨੂੰ 1115 ਵੋਟਾਂ ਪਈਆਂ ਸੀ। ਮੇਰੇ ਪਿੰਡ ਦੇ ਵਿੱਚ 2019 'ਚ 175 ਵੋਟਾਂ ਪਈਆਂ ਸੀ, ਜਾਣੀ ਗ੍ਰਾਫ ਇੰਨਾ ਥੱਲੇ। ਕਿਹੜਾ ਪਿੰਡ ਹੈ ਤਰਲੋਚਨ ਸਿੰਘ ਜੀ ਦੱਸ ਦਿਓ। ਸੁਰਿੰਦਰ ਜੌਲ ਮਨਦੀਪ ਸਿੰਘ ਕਹਿੰਦੇ ਮਲੇ ਸਾਡੇ ਖੇਤਾਂ 'ਚ ਨੇ, ਬਹੁਤ ਕੰਮ ਆਉਂਦਾ। ਮੰਜੇ ਦੀਆਂ ਬਾਹੀਆਂ ਬਣਦੀਆਂ ਨੇ ਮਲਿਆਂ ਦੀਆਂ, ਅਤੇ ਕਹੀ ਦੇ ਦਸਤੇ ਬਣਦੇ ਨੇ, ਹਥੌੜਿਆਂ ਦੇ ਦਸਤੇ ਵੀ ਇਹਦੇ ਮਲਿਆਂ ਦੇ ਬਣਦੇ ਨੇ ਕਹਿੰਦੇ। ਹਾਂ, ਛੋਟੀ ਲੱਕੜ ਹੁੰਦੀ ਆ। ਜਸਵੀਰ ਸਿੰਘ ਬਟਾਰੀ ਤੋਂ ਲੁਧਿਆਣਾ ਦੇ ਲਾਗਿਓਂ, ਹਜੂਰਾ ਸਿੰਘ ਬਟਾਰੀ ਦੇ ਪਿੰਡੋਂ, ਮਨਜੀਤ ਸਿੰਘ ਤੰਬਰ ਅਤੇ ਰਘਵੀਰ ਸਿੰਘ ਬਾਈ ਜੀ ਥੈਂਕ ਯੂ। ਮਨਜੀਤ ਸਿੰਘ ਤੰਬਰ ਕਹਿੰਦੇ ਤੇਰੇ ਸ਼ਹਿਰ ਨੂੰ ਸਲਾਮ ਯਾਰਾ। ਅੱਛਾ, ਪਟਿਆਲੇ ਨਾਲ ਰਾਬਤਾ ਮਨਜੀਤ ਜੀ, ਲੱਗਦਾ ਮੁਹੱਬਤਾਂ ਪੁਰਾਣੀਆਂ ਨੇ। ਸਾ ਪਿਆਰਾ ਸਿੰਘ US ਤੋਂ ਲਿਖਦੇ ਨੇ ਜੀ, ਕਹਿੰਦੇ ਬਾਦਲ ਕਿਤੇ ਐਵੇਂ ਰੌਲਾ ਪਾਉਂਦੇ ਨੇ, ਸਿੰਗਲਾ ਸਾਹਿਬ ਦੀ ਪੋਸਟ ਹਾਈ ਕੋਰਟ ਵੱਲੋਂ ਮਨਜ਼ੂਰ ਹੈ। ਜੇ ਇਹ ਬਾਦਲ ਹੋਰਾਂ ਨੂੰ ਪਤਾ ਹੈ ਤਾਂ ਲੋਕਾਂ ਨੂੰ ਦੱਸਣ ਲਈ ਰੌਲਾ ਪਾਉਂਦੇ ਨੇ। ਹਾਂ, ਟੈਕਨੀਕਲ ਪੁਆਇੰਟ ਸੁਰਿੰਦਰਵੀਰ ਪੁੱਛਿਆ ਸਰਦਾਰ ਪਿਆਰਾ ਸਿੰਘ, ਬੜੀ ਸੰਜੀਦਾ ਸ਼ਖਸੀਅਤ ਨੇ। ਕਹਿੰਦੇ ਵਿਜੇ ਸਿੰਗਲਾ ਦੀ ਜਿਹੜੀ ਪੋਸਟ ਹੈ ਹਾਈ ਕੋਰਟ ਵੱਲੋਂ ਮਨਜ਼ੂਰ ਸ਼ੁਦਾ ਹੈ। ਇਸ ਸੰਬੰਧੀ ਕਹਿੰਦੇ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਦੀ ਮੌਜੂਦਗੀ ਤੋਂ ਬਾਦਲ ਸਾਹਿਬ ਜਿਵੇਂ ਭੜਕੇ ਨੇ ਕਿ ਇਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਅਕਾਲੀ ਆਗੂਆਂ ਨੇ ਦੋਸ਼ ਲਾਏ ਨੇ। ਪਰ ਸਾਹਿਬ ਪਿਆਰਾ ਸਿੰਘ ਕਹਿੰਦੇ ਇਹ ਹਾਈ ਕੋਰਟ ਵੱਲੋਂ ਪ੍ਰਵਾਨਿਤ ਹੈ ਇਹਨਾਂ ਦੀ ਪੋਸਟ। ਕੀ ਇਸ ਇਸ਼ੂ 'ਤੇ ਵੀ ਕੋਰਟ ਦੇ ਵਿੱਚ ਮੁੱਦਾ ਬਣ ਸਕਦਾ ਇਸ ਸਿੱਟ ਦਾ? ਅਤੇ ਬਲਜਿੰਦਰ ਸਿੰਘ ਦਾ ਮੈਂ ਸਵਾਲ ਲੈ ਲਾਂ, ਉਸ ਤੋਂ ਬਾਅਦ ਕੰਟੀਨਿਊ ਤੁਹਾਡੇ ਤੋਂ ਪੁੱਛਦੇ ਹਾਂ। ਬਰਾੜ ਸਾਹਿਬ ਸਵਾਗਤ ਹੈ ਸੰਖੇਪ 'ਚ, ਵੈਲਕਮ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਤੁਹਾਡੇ ਪ੍ਰੋਗਰਾਮ ਲਈ ਭਾਈ ਸਾਹਿਬ ਮੈਂ ਸੋਚਦਾ ਪਿਆ ਸੀ, ਸਿੱਧੂ ਸਾਹਿਬ ਕਹਿ ਰਹੇ ਵੀ 2-3 ਸਾਲ ਮੈਂ ਮੰਥਨ ਕਰਦਾ ਰਿਹਾ, ਉਧਰੋਂ ਆਪ ਵਾਲੇ ਕਹਿੰਦੇ ਅਸੀਂ ਮੰਥਨ ਕਰਦੇ ਪਏ ਆ ਤੇ ਅਸੀਂ ਤੁਹਾਨੂੰ ਅਗਲੇ 5 ਸਾਲਾਂ ਦੇਵਾਂਗੇ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇੱਕ ਦਿਨ ਜ਼ਰੂਰੀ ਆ ਪੰਜਾਬ ਵਾਸਤੇ। 3 ਲੱਖ ਕਰੋੜ ਦਾ ਕਰਜ਼ਾ ਤੇ ਹਰੇਕ ਦਿਨ ਕਰਜ਼ਾ ਵੱਧਦਾ ਪਿਆ, ਵਿਆਜ ਪੈਂਦਾ ਪਿਆ। ਇਹਨਾਂ ਲੋਕਾਂ ਨੇ ਪੰਜਾਬ ਨੂੰ ਕੀ ਮਖੌਲ ਬਣਾਇਆ? ਇਹਦਾ ਮਤਲਬ ਤੁਸੀਂ 3 ਸਾਲ ਵੇਖਦੇ ਰਹੇ ਵੀ ਇਹਨੂੰ ਖਰਾਬ ਹੋ ਲੈਣ ਦੀਏ, ਫਿਰ ਮੈਂ ਤੁਹਾਨੂੰ ਦੱਸੂਗਾ। ਐਵੇਂ ਆਪ ਕਹਿੰਦੀ ਚੁੱਪ ਕਰਕੇ ਬੈਠੀਏ ਤੇ ਫਿਰ ਖਰਾਬ ਹੋ ਲੈਣ ਦੀਏ। ਤੁਹਾਡੇ ਕੋਲ ਸੰਵਿਧਾਨ ਹੈਗਾ, ਜੇ ਤੁਹਾਨੂੰ ਕੋਈ ਵੀ ਚੀਜ਼ ਗਲਤ ਲੱਗਦੀ ਤੁਹਾਡਾ ਫਰਜ਼ ਬਣਦਾ ਹੈ ਜੇ ਵਕੀਲ ਜਾ ਕੇ ਕੋਰਟ 'ਚ ਸਿੱਧਾ ਕਰੋ ਟਾਈਮ ਟੂ ਟਾਈਮ। ਇਹਦਾ ਮਤਲਬ ਇਹ ਵੀ 5 ਸਾਲ ਤੁਹਾਡੇ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ, ਡਰੱਗ ਵਿੱਚ ਤੁਹਾਡੇ ਲੋਕ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ। ਇਹ ਤੁਸੀਂ 3-4 ਸਾਲ ਵਾਚ ਕਰੋਗੇ ਵੀ ਅਮਰਿੰਦਰ ਸਿੰਘ ਕਿੰਨਾ ਖਰਾਬ ਕਰਦਾ, ਫਿਰ ਅਸੀਂ ਉਸ ਤੋਂ ਬਾਅਦ ਅਸੀਂ ਕਹਾਂਗੇ ਅਸੀਂ ਕਰਦੇ ਸਹੀ। ਉਹ 10 ਸਾਲ ਤੁਹਾਡਾ ਪੰਜਾਬ ਵੇਖ ਜਾਣਾ। ਤੁਸੀਂ ਆਏ ਕਰਦਿਆਂ ਨੇ ਆਏ ਲੁਕਣ ਮੀਚੀਆਂ ਖੇਡਾਂ। ਤੁਹਾਨੂੰ ਸੋਚੋ ਕੁਛ, ਜਦੋਂ ਪੰਜਾਬ ਗਿਆ ਤਾਂ ਤੁਹਾਡੇ ਆਪਣੇ ਬੱਚੇ ਵੀ ਗਏ। ਉਹ ਸਮਾਂ ਰਿਹਾ ਹੀ ਨਹੀਂ ਜਦੋਂ ਇੰਨਾ ਕਰਜ਼ਾ ਹੋਵੇ, ਕਿਸਾਨਾਂ ਤੇ ਕਰਜ਼ਾ ਹੋਵੇ। ਤੁਸੀਂ ਕਿਸਾਨ ਯੂਨੀਅਨ ਦਿੱਲੀ ਬੈਠੀ, ਤੁਸੀਂ ਕੋਈ ਗੈਰ ਹੀ ਬੰਦ ਟੱਪੂ ਇੱਥੇ ਪੰਜਾਬ 'ਚ ਹੀ ਕਰੀ ਜਾਂਦੇ ਆ। ਕਿਤੇ ਕੇਜਰੀਵਾਲ ਆ ਗਿਆ ਕਹਿੰਦਾ ਜੀ ਹੁਣ ਤੁਸੀਂ ਅੱਜ ਲਾਓ ਇਹ ਖਬਰ ਲਾਓ। ਉਹ ਕੀ ਮਖੌਲ ਬਣਾਇਆ ਇਹਨਾਂ ਨੇ ਪੰਜਾਬ ਦਾ? ਕੀ ਮਖੌਲ ਬਣਾਇਆ? ਸਾਨੂੰ ਬੈਠਾ ਨੂੰ ਸਾਰਾ NRI ਨੂੰ ਕੀ ਮਖੌਲ ਬਣਾਇਆ ਹੋਇਆ? ਉਹ ਤੁਹਾਨੂੰ ਕਿਸੇ ਨੇ ਸਰਪੰਚ ਜਿੰਨੀਆਂ ਵੋਟਾਂ ਵੀ ਨਹੀਂ ਪੈਣੀਆਂ ਜੀ। ਥੈਂਕ ਯੂ, ਅੱਜ ਥੈਂਕ ਯੂ ਬਰਾੜ ਸਾਹਿਬ, ਮਿਹਰਬਾਨੀ ਮਿਹਰਬਾਨੀ। ਥੈਂਕ ਯੂ ਬਰਾੜ ਸਾਹਿਬ, ਮਿਹਰਬਾਨੀ। ਸੋ ਬਰਾੜ ਸਾਹਿਬ ਨੇ ਪੰਜਾਬ ਦੀ ਗੱਲ ਕੀਤੀ ਹੈ। ਥੋੜ੍ਹੀ ਜਿਹੀ ਮੈਂ ਅਪਡੇਟ ਕੁਛ ਖਬਰਾਂ ਦੀ 1-2 ਦੀ ਕਰਦਾ, ਉਸ ਤੋਂ ਬਾਅਦ ਫਿਰ ਕਿਸਾਨ ਅੰਦੋਲਨ 'ਤੇ ਸਮਾਪਤੀ। ਆਸਟ੍ਰੇਲੀਆ ਦੇ ਵਿੱਚ ਇੱਕ ਫੜੇ ਗਏ ਮੁੰਡੇ ਦੇ ਮੁਤਲਕ ਵੀ ਸਿਆਸਤ ਕਿਸਾਨ ਅੰਦੋਲਨ 'ਚ ਹੋ ਰਹੀ ਹੈ। ਸੋ ਕੋਟਕਪੂਰਾ ਦੇ ਵਿੱਚ 2 ਨੌਜਵਾਨਾਂ ਦੇ ਗੁੱਟਾਂ 'ਚ ਗੋਲੀਆਂ ਚੱਲੀਆਂ। ਇਸ ਦੌਰਾਨ ਗੋਲੀਆਂ ਲੱਗਣ ਨਾਲ ਹਰਿਆਣੇ ਦੇ ਇੱਕ ਮੁੰਡੇ ਦੀ ਮੌਤ ਹੋ ਗਈ। ਘਟਨਾ ਸਥਾਨ ਤੋਂ 16 ਖੋਲ ਮਿਲੇ ਨੇ ਅਤੇ ਮ੍ਰਿਤਕ ਦੀ ਜੇਬ ਦੇ ਵਿੱਚ ਵੀ 6 ਜਿੰਦਾ ਕਾਰਤੂਸ ਨੇ। ਸੋ ਇਹ ਦੀਪਕ ਨਾਂ ਦਾ ਵਿਅਕਤੀ ਜਲਾਲਿਆਣਾ ਰੋਡ 'ਤੇ ਰਿਸ਼ੀ ਨਗਰ ਦੇ ਵਿੱਚ ਜਿਹੜੀ ਮੰਗਲਵਾਰ ਦੁਪਹਿਰੇ 2 ਗਰੁੱਪਾਂ 'ਚ ਗੋਲੀ ਚੱਲੀ ਹੈ। 26 ਸਾਲ ਦਾ ਦੀਪਕ ਸਿੰਘ ਹਰਿਆਣੇ ਦਾ ਮਾਰਿਆ ਗਿਆ। ਸਥਿਤੀ ਇਹ ਹੈ। ਉਧਰ ਬਰਨਾਲਾ ਦੇ ਹੋਟਲ ਦੇ ਵਿੱਚ 2 ਨੌਜਵਾਨ ਸੁਸਾਈਡ ਕਰ ਗਏ। ਹੈਰਾਨੀ ਦੀ ਗੱਲ ਹੈ, ਬੜੇ ਮੁਸ਼ਹਿਰ ਜਿਹੇ ਮੁੰਡੇ ਸੀਗੇ, ਮੁੱਛ-ਫੁੱਟ ਮੁੰਡੇ ਸੀ। ਸ਼ੇਵਾਂ ਕੀਤੀਆਂ ਹਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ। ਮਾਨਸਾ ਦੇ ਇੱਕ ਹੋਟਲ ਦੇ ਵਿੱਚ ਇਹਨਾਂ ਨੇ ਕਮਰਾ ਲਿਆ। ਬਰਨਾਲੇ ਦੇ ਪਿੰਡ ਪੰਧੇਰ ਕਲਾਂ ਦੇ ਨਿਵਾਸੀ ਸੀ ਹਰਦੀਪ ਸਿੰਘ ਤੇ ਕੁਲਦੀਪ ਸਿੰਘ। ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਵਿਦੇਸ਼ ਜਾਣਾ ਸੀ ਅਤੇ ਹੋਟਲ ਦਾ ਇਹਨਾਂ ਨੇ ਕਮਰਾ ਬੁੱਕ ਕਰਾਇਆ ਅਤੇ ਉੱਥੇ ਇਹਨਾਂ ਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ ਹੈ। ਹੁਣ ਇਹਨਾਂ ਦੇ ਆਪਸੀ ਕੁਛ ਸੰਬੰਧ ਸੀ ਜਾਂ ਕੀ ਕਾਰਨ ਸੀ ਜਾਂ ਕੋਈ ਮਾਯੂਸੀ ਸੀ, ਵਿਦੇਸ਼ ਜਾਣਾ ਚਾਹੁੰਦੇ ਸੀ, ਸੁਸਾਈਡ ਕਿਉਂ ਕਰ ਗਏ, ਇਹ ਗੱਲ ਸਮਝੋ ਬਾਹਰ ਹੈ। ਪੰਜਾਬ ਦੀ ਜਵਾਨੀ ਕਿਸ ਪਾਸੇ ਨੂੰ ਜਾ ਰਹੀ ਹੈ। ਸਵਾਗਤ ਜੀ, ਤੁਹਾਡਾ ਵੈਲਕਮ ਹੈ। ਹੈਲੋ, ਹਾਂਜੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ? ਮੈਂ ਜਗਦੇਵ ਸਿੰਘ ਬੋਲਦਾ ਜੀ, ਕੈਲਗਰੀ ਤੋਂ। ਹਾਂਜੀ, ਕੈਲਗਰੀ ਤੋਂ ਜਗਦੇਵ ਸਿੰਘ, ਸਵਾਗਤ ਹੈ ਬਾਈ ਜੀ ਤੁਹਾਡਾ। ਹਾਂਜੀ, ਇੱਕ ਵਿਚਾਲੇ ਸ਼ਾਇਦ ਮੈਂ 10 ਮਿੰਟ ਸੁਣਿਆ ਨਹੀਂ ਸੀਗਾ ਪ੍ਰੋਗਰਾਮ। ਉਹਦੇ ਜੇ ਕਰ ਗਏ ਹੋਣਗੇ ਤਾਂ ਕੁਛ ਕਹਿ ਨਹੀਂ ਸਕਦਾ। ਤੇ ਆਪਣਾ ਟੋਰਾਂਟੋ
10 ਕੁਇੰਟਲ ਡਰੱਗ ਫੜ ਹੋਈ ਹੈ ਜੀ। ਹਾਂਜੀ ਟੋਰਾਂਟੋ ਹਾਂ ਹਾਂ ਮੈਂ ਕਿਹਾ 10 ਕੁਇੰਟਲ ਡਰੱਗ ਫੜ ਹੋਈ ਆ ਜੀ। ਉਹਦੇ ਚ 28 ਬੰਦੇ ਇਨਵੋਲਵ ਆ, ਉਹਦੇ ਚ 9 ਪੰਜਾਬੀ ਆ ਜੀ। ਹਾਂ ਉਹ ਤੇ ਕਰਨੀ ਸੀ ਗੱਲ ਵੈਸੇ ਅਪਡੇਟ। ਹਾਂ ਦੱਸੋ ਕੋਈ ਤੇ ਹੁਣ ਸਾਡੇ ਕੋਲ ਸਮੇਂ ਦੀ ਥੋੜੀ ਦਿੱਕਤ ਹੈ, ਦੱਸੋ। ਮੈਂ ਗੱਲ ਕਰਦਾ ਵੀ ਇੱਥੇ ਆਪਾਂ ਡਰੱਗ ਦਾ ਰੌਲਾ ਪਾਉਂਦੇ ਆ, ਜਿਹੜੇ ਹਿਸਾਬ ਨਾਲ ਇੱਥੇ ਲੱਗੇ ਹੋਏ ਆਪਣੇ ਬੰਦੇ, ਤੇ ਮੈਂ ਨਾ ਵੀ ਪੰਜਾਬ ਨਾਲ ਵੀ ਮਾੜਾ ਹਾਲ ਕਰਕੇ ਰੱਖਣਗੇ ਇੱਥੇ। ਹਾਂ ਪਿਛਲੇ ਦਿਨ ਵੀ ਗੱਲਬਾਤ ਕੀਤੀ ਹੈ ਟੋਰਾਂਟੋ ਅਮਰੀਕਾ 'ਚ, ਜਿਵੇਂ ਪੰਜਾਬੀ ਡਰੱਗ ਦੇ ਵਿੱਚ ਇਨਵੋਲਵ ਹੋ ਰਹੇ ਨੇ। ਅਸੀਂ ਪੰਜਾਬ ਵਾਲਿਆਂ ਨੂੰ ਰੋਂਦੇ ਹਾਂ ਅਤੇ ਉੱਥੋਂ ਦਾ ਜਿਹੜਾ ਮੀਡੀਆ ਫਿਰ ਬਹੁਤ ਰੌਲਾ ਪਾਉਣਾ ਵੀ ਚਾਹੀਦਾ ਕਿ ਦੇਖੋ ਪੰਜਾਬ ਨੂੰ ਇਹਨਾਂ ਨੇ ਨਸ਼ਿਆ ਬਣਾ ਦਿੱਤਾ, ਇਹ ਕਰਤਾ ਉਹ ਕਰ ਦਿੱਤਾ। ਪਰ ਜਦੋਂ ਟੋਰਾਂਟੋ ਕੈਨੇਡਾ ਅਮਰੀਕਾ 'ਚ ਡਰੱਗ ਫੜੀ ਜਾਂਦੀ ਹੈ ਅਤੇ ਬਹੁਤੇ NRI ਮੀਡੀਆ ਚੁੱਪ ਵੱਟ ਜਾਂਦਾ ਹੈ, ਰੱਬ ਨੇੜੇ ਕਿ ਘਸੁੰਨ। ਇਸ ਸੰਬੰਧੀ ਉਦੋਂ ਸੁਖੀ ਘੁੰਮਣ ਹੋਰੀ ਜਿਹੜੇ ਨੇ ਯੂਨੀਅਨ ਵਿਲੇਜ ਟਰੱਕ ਸਟਾਪ ਵਾਲੇ ਨਿੱਠ ਕੇ ਬੋਲੇ ਸੀ ਜਦੋਂ ਅਮਰੀਕਾ ਅਤੇ ਕੈਨੇਡਾ 'ਚ ਪਹਿਲਾਂ ਡਰੱਗ ਫੜੀ ਗਈ ਸੀ। ਅਦਰਵਾਈਜ਼ ਇੱਥੋਂ ਦੇ ਜਿਹੜੇ ਪਤਵੰਤੇ ਲੋਕ ਨੇ, ਜਿਹੜੇ ਸੁਸਾਇਟੀਆਂ ਦੇ ਵਿੱਚ ਲੋਕ ਨੇ, ਬਹੁਤੇ ਨਹੀਂ ਬੋਲ ਪਾਉਂਦੇ, ਧਾਰਮਿਕ ਕਮੇਟੀਆਂ ਵਾਲੇ ਨਹੀਂ ਬੋਲਦੇ, ਕਿਉਂਕਿ ਇਸ ਡਰੱਗ ਦੇ ਵਿੱਚ ਜੇ ਪੰਜਾਬੀਆਂ ਦੀ ਸ਼ਮੂਲੀਅਤ ਆ ਤਾਂ ਇਹ ਡਰੱਗ ਪੰਜਾਬੀਆਂ ਨੇ ਵੀ ਖਾਣੀ ਆ। ਜੇ ਅਸੀਂ ਪੰਜਾਬ ਦੇ ਵਿੱਚ ਵਿਕਦੀ ਡਰੱਗ ਦਾ ਵਿਰੋਧ ਕਰਦੇ ਹਾਂ ਤਾਂ ਅਮਰੀਕਾ ਕੈਨੇਡਾ 'ਚ ਵਿਕਦੀ ਡਰੱਗ ਦਾ ਕਿਉਂ ਨਹੀਂ ਵਿਰੋਧ ਕਰਦੇ, ਜਿਹਦੇ ਵਿੱਚ ਸਾਡੇ ਬੱਚੇ ਮਰ ਰਹੇ ਨੇ। ਸੋ ਇਸ ਕਰਕੇ ਉਹਨਾਂ ਨੂੰ ਵੀ ਬੋਲਣਾ ਚਾਹੀਦਾ। ਥੈਂਕ ਯੂ ਜਗਦੇਵ ਜੀ, ਕੋਸ਼ਿਸ਼ ਕਰਦੇ ਹਾਂ ਇਸ ਵਿਸ਼ੇ 'ਤੇ। ਸੁਰਿੰਦਰ ਜੀ ਨੇ ਮੈਨੂੰ ਦੱਸਿਆ ਤਾਂ ਹੈ ਕਿ ਗੱਲ ਕਰਨੀ ਹੈ। ਧਾਰਮਿਕ ਕਮੇਟੀਆਂ ਦਾ ਹਾਲਤ ਆ ਜੀ, ਉਹ ਤਾਂ ਡਰੱਗ ਵਾਲਾ ਆਸਰਾ ਲੈ ਕੇ ਤੇ ਵੋਟਾਂ ਨਾਲ ਕਮੇਟੀਆਂ ਬਣਾਉਂਦੇ ਆ ਜੀ, ਕਿਉਂਕਿ ਬੋਲਣਗੇ ਇਹਨਾਂ ਦੇ ਖਿਲਾਫ ਜੀ। ਥੈਂਕ ਯੂ। ਮੈਂ ਦੇਖਦਾ, ਕੋਸ਼ਿਸ਼ ਕਰਦੇ ਹਾਂ ਜੇ ਸਮਾਂ ਹੋਇਆ ਇਸ ਇਸ਼ੂ 'ਤੇ ਗੱਲਬਾਤ ਤਾਂ ਹੋਈ ਹੈ, ਸਾਡੇ ਹੈਗੀ ਹੈ ਐਡੀਟੋਰੀਅਲ 'ਚ ਗੱਲਬਾਤ ਕਰਨੀ ਜੀ। ਸੁਰਿੰਦਰ, ਟੋਰਾਂਟੋ 'ਚ ਜਿਹੜੀ ਡਰੱਗ ਫੜੀ ਗਈ ਹੈ ਉਹਦੇ 'ਤੇ ਅਪਡੇਟ ਆਈ ਹੈ। ਬਾਈ ਜੀ ਗੱਲ ਕਰ ਰਹੇ ਨੇ ਕਿ ਉਹ ਗੱਲ ਨਹੀਂ ਕਰ ਰਹੇ, ਆਪਾਂ ਮੇਰੇ ਖਿਆਲ ਸ਼ਾਮ ਦੇ ਪ੍ਰੋਗਰਾਮ 'ਚ ਰੱਖਿਆ ਉਹਦੇ 'ਤੇ ਡਿਟੇਲ 'ਚ ਗੱਲ ਕਰਨੀ। ਅਤੇ ਇਹ ਵਿਜੇ ਸਿੰਗਲਾ ਵਾਲੇ ਮਾਮਲੇ 'ਤੇ ਪਿਆਰਾ ਸਿੰਘ ਹੋਰਾਂ ਨੇ ਵੀ ਆਖਿਆ ਕਿ ਇਹ ਤਾਂ ਹਾਈ ਕੋਰਟ ਵੱਲੋਂ ਮਨਜ਼ੂਰ ਸ਼ੁਦਾ, ਪਰ ਬਾਦਲ ਕਹਿ ਰਹੇ ਨੇ ਕਿ ਇਹ ਜਿਹੜੀ ਸਿੱਟ ਦੇ ਨਾਲ ਸੇਵਾ ਮੁਕਤ ਅਧਿਕਾਰੀ ਦਾ ਵਿਜੇ ਸਿੰਗਲਾ ਦਾ ਜਾਣਾ, ਇਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਕੀ ਹੁਣ ਇਸ ਮਾਮਲੇ 'ਤੇ ਵੀ ਡਿਫੈਂਸ ਹੋਏਗਾ, ਉੱਥੇ ਅਦਾਲਤ ਦੇ ਵਿੱਚ ਮੁੱਦਾ ਬਣੇਗਾ? ਜੀ ਸੁਰਿੰਦਰ ਵੀਰ, ਇਹਨੂੰ ਕਰੋ ਕੰਪਲੀਟ। ਫਿਰ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਗੁਰਨਾਮ ਸਿੰਘ ਚੜੂਨੀ ਵੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆ ਗਏ ਨੇ। ਕਿਸਾਨ ਅੰਦੋਲਨ ਨੂੰ ਲੈ ਕੇ ਕਹਿੰਦੇ ਜੇ ਵਿਦਿਆਰਥੀਆਂ ਨਾਲ ਧੱਕਾ ਕੀਤਾ ਤਾਂ ਸੂਬਾ ਜਾਮ ਕਰ ਦਿਆਂਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਵਿਦਿਆਰਥੀਆਂ ਨੂੰ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਕਿਸਾਨ ਯੂਨੀਅਨ ਹਰਿਆਣਾ ਦੇ ਚੜੂਨੀ ਸਾਹਿਬ ਸਿੱਧਾ ਇਹਨਾਂ ਵਿਦਿਆਰਥੀਆਂ ਦੇ ਹੱਕ 'ਚ ਆ ਗਏ ਨੇ। ਹੁਣ ਮੇਰੇ ਖਿਆਲ ਸਰਜੀਤ ਫੂਲ ਅਤੇ ਉਹਨਾਂ ਦੀ ਉਹ ਕਨੂਪੁਰੇ ਵਾਲਾ ਜਿਹੜਾ ਵਿਦਿਆਰਥੀ ਵਿੰਗ ਹੈ ਉਹ ਸਾਇਲੈਂਟ ਹੋ ਗਿਆ ਅਤੇ ਕਿਸਾਨ ਆਗੂ ਵਿਦਿਆਰਥੀਆਂ ਨੂੰ ਜੋੜਨ 'ਚ ਵੀ ਕਾਮਯਾਬ ਹੋ ਗਏ ਨੇ, ਸਿੱਧੇ ਉਹਨਾਂ ਦੇ ਹੱਕ 'ਚ ਆ ਕੇ ਖੜਨ ਲੱਗੇ ਨੇ। ਇਸ ਖਬਰ 'ਤੇ ਫਿਰ ਬਾਅਦ 'ਚ ਕਰਦੇ ਹਾਂ, ਪਹਿਲਾਂ ਵਿਜੇ ਸਿੰਗਲਾ ਵਾਲਾ ਕਰੋ ਕੰਪਲੀਟ ਜੀ। ਦੇਖੋ, ਜਿੱਥੋਂ ਤੱਕ ਵਿਜੇ ਸਿੰਗਲਾ ਦਾ ਸੰਬੰਧ ਆ, ਦੇਖੋ ਉਹ ਰਿਟਾਇਰ ਹੋਇਆ, ਉਹਨੂੰ ਪ੍ਰੋਸੀਕਿਊਸ਼ਨ ਡਾਇਰੈਕਟਰ ਪੰਜਾਬ ਦਾ ਉਹਦਾ ਅਜੇ ਤੱਕ ਦਿੱਤਾ ਹੋਇਆ, ਉਹ ਵੱਖਰੀ ਗੱਲ ਆ, ਠੀਕ ਹੈ। ਇਹਦੇ ਤੇ ਆ ਕਿ ਜਿੱਥੋਂ ਤੱਕ ਇਸ ਸਿੱਟ ਦਾ ਸਵਾਲ ਆ, ਸਿੱਟ ਬਣਾਈ ਕਿਹਨੇ ਆ? ਹਾਈ ਕੋਰਟ ਦੇ ਹੁਕਮ ਦੇ ਮੁਤਾਬਕ ਬਣੀ ਆ, ਸੂਬਾ ਸਰਕਾਰ ਨੇ ਬਣਾਈ ਹੈ, ਠੀਕ ਹੈ। ਹੁਣ ਉਹਦੇ ਬਾਅਦ ਕੁਐਸਚਨ ਕਿਹਨੇ ਕਰਨੇ ਆ? ਸਿੱਟ ਨੇ ਕਰਨੇ ਆ। ਇਨਵੈਸਟੀਗੇਸ਼ਨ ਕਿਹਦੇ ਕੋਲ? ਸਿੱਟ ਕੋਲੇ ਆ। ਪ੍ਰੋਸੀਕਿਊਸ਼ਨ ਡਿਪਾਰਟਮੈਂਟ ਕੋਲੇ ਇਨਵੈਸਟੀਗੇਸ਼ਨ ਨਹੀਂ ਹੈ। ਪ੍ਰੋਸੀਕਿਊਸ਼ਨ ਦਾ ਰੋਲ ਕੀ ਆ? ਜਿਸ ਵੇਲੇ ਇਹ ਕੇਸ ਕੋਰਟ 'ਚ ਆ ਗਿਆ, ਪ੍ਰੋਸੀਕਿਊਸ਼ਨ ਨੇ ਉਸ ਵੇਲੇ ਕੁਐਸਚਨ ਕਰਨੇ ਨੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ, ਠੀਕ ਆ। ਉਦੋਂ ਕੌਣ ਆ? ਉਦੋਂ ਡਾਇਰੈਕਟਰ ਪ੍ਰੋਸੀਕਿਊਸ਼ਨ ਨੇ ਨਹੀਂ ਆਉਣਾ, ਉਦੋਂ ਡਿਸਟ੍ਰਿਕਟ ਅਟਾਰਨੀ ਹੁੰਦਾ, ਡਿਪਟੀ DA ਹੁੰਦਾ ਜਾਂ ADA ਹੁੰਦਾ, ਉਹ ਉਹਨਾਂ ਦੀ ਡਿਊਟੀ ਆ। ਕਿਉਂਕਿ ਜਿਹੜੀ ਸੈਸ਼ਨ ਕੋਰਟ ਆ ਉਹਦੇ 'ਚ ਹਮੇਸ਼ਾ ਹੀ ਜਿਹੜਾ ਡਿਸਟ੍ਰਿਕਟ ਅਟਾਰਨੀ ਹੋ ਜਾਂਦਾ, ਤੇ ਜਿਹੜੀਆਂ ਦੂਸਰਾ ਐਡੀਸ਼ਨਲ ਸੈਸ਼ਨ ਜੱਜ ਵਾਲੀਆਂ ਉਹ ਤੇ ਤਕਰੀਬਨ ਜਿਹੜਾ ਸੀਨੀਅਰ ਕੋਈ ADA ਹੁੰਦਾ ਉਹ ਜਾਂਦਾ ਜਾਂ ਡਿਪਟੀ DA ਜਾਂਦਾ, ਤੇ ਜਿਹੜੇ ਬਾਕੀ ਦੇ ਨੇ ਉਹਨਾਂ ਸਾਰੀਆਂ 'ਚ ADA ਜਾਂਦੇ ਨੇ, ਠੀਕ ਹੈ। ਪਰ ਹੁਣ ਗੱਲ ਤੇ ਆ ਕਿ ਇੱਥੇ ਬੇਵਕੂਫੀ ਦਾ ਜਿਹੜਾ ਜਨਾਜ਼ਾ ਇਹਨਾਂ ਦੀ ਦਾ ਨਿਕਲਿਆ ਵਾ, ਜਿਹੜਾ ਕੁਝ ਇਹਨਾਂ ਨੇ ਮੂਰਖਤਾ ਹੀ ਕੀਤੀ ਆ, ਉਹ ਕੀ ਆ ਕਿ ਇਹਨਾਂ ਨੇ ਉੱਥੇ ਜਾ ਕੇ ਪਹਿਲਾ ਸਵਾਲ ਹੀ ਜਿਹੜਾ ਵਿਜੇ ਸਿੰਗਲਾ ਕਰਦਾ, ਉਹ ਮੈਸੇਜ ਕੀ ਜਾਂਦਾ, ਠੀਕ ਹੈ। ਤੁਸੀਂ ਜੇ ਜਾਣਾ ਨਾਲ ਚਲੇ ਜਾਓ, ਪਿੱਛੇ ਬੈਠੇ ਆ, ਕੁਐਸਚਨ ਤੁਸੀਂ ਤਿਆਰ ਕਰਕੇ ਦਿੱਤੇ ਆ, ਠੀਕ ਆ। ਮੈਨੂੰ ਪਤਾ ਕਿ ਬਹੁਤ ਸਾਰੇ SHO ਜਿਹੜੇ ਨੇ ਉਹ ਹਮੇਸ਼ਾ ਜਿਹੜਾ ਸਰਕਾਰੀ ਵਕੀਲ ਆ, ਜਿਹੜਾ ADA ਹੁੰਦਾ, ਉਹਨੂੰ ਫੋਨ ਲਾ ਕੇ ਪੁੱਛਦੇ ਆ ਜੀ ਇਸ ਤਰ੍ਹਾਂ ਇਹ ਕ੍ਰਾਈਮ ਹੋਇਆ, ਇਹਨੂੰ ਕਿਹੜੀ ਸੈਕਸ਼ਨ 'ਚ ਲੈਣਾ। ਯਾਨੀ ਕਿ SHO ਨੂੰ ਜਾਂ ਮੁਨਸ਼ੀ ਨੂੰ ਵੀ ਬਹੁਤਾ ਕੁਝ ਨਹੀਂ ਪਤਾ ਹੁੰਦਾ, ਠੀਕ ਹੈ। ਹਾਂ, ਉਹ ਉਹਨਾਂ ਦੀ ਸਲਾਹ ਲੈਂਦੇ, ਉਹ ਦੱਸ ਦਿੰਦੇ ਵੀ ਐਸਾ ਸੈਕਸ਼ਨ 'ਚ ਇਹਨਾਂ ਨੂੰ ਲੈ ਲਓ, ਇਹਦੇ 'ਚ ਆਉਂਦੇ ਨੇ, ਉਹਨਾਂ ਦੀ ਸਲਾਹ ਲੈ ਕੇ ਹੁੰਦਾ। ਫਿਰ ਜਦੋਂ
ਚਲਾਨ ਜਿਹੜਾ ਵਾ ਉਹ ਕੋਰਟ 'ਚ ਪੇਸ਼ ਕਰਨਾ, ਉਸ ਤੋਂ ਪਹਿਲਾਂ ਉਹਨੂੰ ਟੂ ਕੋਰਟ ਕਹਿੰਦੇ ਆ। ਟੂ ਕੋਰਟ ਦਾ ਮਤਲਬ ਉਸ ਤੋਂ ਪਹਿਲਾਂ ਉਹਨਾਂ ਨੇ ਲੈ ਕੇ ਆਉਣਾ ADA ਕੋਲੇ, ਡਿਪਟੀ DA ਕੋਲੇ ਲੈ ਕੇ ਆਉਣਾ, ਉਹਨਾਂ ਨੇ ਟੂ ਕੋਰਟ ਕਰਨਾ, ਜੇ ਉਹ 'ਚ ਕੋਈ ਕਰੈਕਸ਼ਨ ਆ ਉਹਨਾਂ ਨੇ ਕਰਾ ਦੇਣੀ। ਉਹਦੇ ਬਾਅਦ ਉਹ ਚਾਰਜਸ਼ੀਟ ਜਿਹੜੀ ਆ ਕੋਰਟ 'ਚ ਫਾਈਲ ਕੀਤੀ ਜਾਂਦੀ ਆ, ਫਿਰ ਉਹਦੇ ਤੇ ਡੇਟ ਦਿੱਤੀ ਜਾਂਦੀ ਵੀ ਚਾਰਜ ਲੱਗਣਾ ਕਿ ਨਹੀਂ ਲੱਗਣਾ। ਚਾਰਜ ਲੱਗਦਾ, ਉਹਦੇ ਬਾਅਦ ਅੱਗੇ ਉਹ ਕੇਸ ਟ੍ਰਾਇਲ ਤੇ ਆਉਂਦਾ। ਹੁਣ ਗੱਲ ਤੇ ਇੱਥੇ ਆ ਕਿ ਜੇ ਭਾਈ ਡਾਇਰੈਕਟਰ ਪ੍ਰੋਸੀਕਿਊਸ਼ਨ ਜਿਹੜਾ ਉਹ ਜਾ ਕੇ ਉਹ ਕੁਐਸਚਨ ਕਰੇਗਾ, ਇਨਵੈਸਟੀਗੇਸ਼ਨ ਕਰੇਗਾ, ਤੇ ਫਿਰ ਭਾਈ ਇਨਵੈਸਟੀਗੇਸ਼ਨ ਏਜੰਸੀ ਦਾ ਕੀ ਮਤਲਬ ਆ? ਠੀਕ ਹੈ, ਕਿਤੇ ਨਾ ਕਿਤੇ ਤੁਸੀਂ ਥਾਂ ਤਾਂ ਉਹਨਾਂ ਨੂੰ ਖੁਦ ਦੇ ਰਹੇ ਹੋ ਨਾ। ਠੀਕ ਹੈ, ਪਹਿਲਾਂ ਵੀ ਕੀ ਹੋਇਆ, ਪਹਿਲਾਂ ਵੀ ਗਲਤੀਆਂ ਹੋਈਆਂ ਕਿ ਕੱਢਿਆ ਕੁਛ ਨਹੀਂ, ਲੇਕਿਨ ਲਾਲਾ ਕਰਤੀ। ਇਹਨੇ ਕਿਹਾ ਸੀ ਕਿ ਭਾਈ 10 ਚਲਾਨ ਕੋਟਕਪੂਰੇ ਵਾਲੇ 'ਚ ਪੇਸ਼ ਕਰ ਦਿਓ। ਮਸਲਾ ਇਹਨਾਂ ਦੀ ਜਿਹੜੀ ਇਹ ਘੜੀ ਹੈ ਇਹ ਅਕਾਲੀ ਦਲ ਦੇ ਲਈ ਫਾਇਦੇਮੰਦ ਰਹੇਗੀ, ਜਿਹੜੀ ਇਹਨਾਂ ਨੇ ਇਹ ਗਲਤੀ ਕਰ ਲਈ ਹੈ ਵਿਜੇ ਸਿੰਗਲਾ ਦੀ ਉੱਥੇ ਸਵਾਲ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਐਫਰਟਸ ਹੈ, ਇਹਨਾਂ ਦੀ ਅਕਾਲੀ ਦਲ ਲਈ ਲਾਹੇਵੰਦ ਰਹੇਗੀ ਅਦਾਲਤ 'ਚ ਨਾ। ਬਿਲਕੁਲ ਬਿਲਕੁਲ ਉਹਨਾਂ ਦੀ ਲਾਹੇਵੰਦ ਹੈ, ਕਿਉਂਕਿ ਦੇਖੋ ਗੱਲ ਇਹ ਆ ਕਿ ਉਹਨਾਂ ਨੂੰ ਮੁੱਦਾ ਮਿਲ ਗਿਆ। ਠੀਕ ਹੈ, ਹੁਣ ਗੱਲ ਤੇ ਆ ਕਿ ਭਾਈ ਜੇ ਤੁਸੀਂ ADGP ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਆ, ਸਿੱਟ ਬਣਾਈ ਆ, ਇਹਦਾ ਮਤਲਬ ਉਹਨੂੰ ਕੱਖ ਨਹੀਂ ਪਤਾ। ਇਹਦੇ 'ਚ ਸੁਰਿੰਦਰ ਵੀਰ ਇੱਕ ਸੈਕਿੰਡ, ਤੁਹਾਡੀ ਗੱਲ ਮੈਂ ਰੋਕ ਰਿਹਾ, ਜਿਹੜਾ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ, ਕਿਉਂਕਿ ਜੋ ਪਬਲਿਕ ਦੇ ਸਵਾਲ ਜ਼ਿਹਨ 'ਚ ਹੁੰਦੇ ਨੇ ਉਹ ਐਂਕਰ ਦੀ ਜੌਬ ਹੁੰਦੀ ਹੈ। ਹੁਣ ਜਿਵੇਂ ਇਹ ਪਹਿਲੇ ਸਵਾਲ 'ਤੇ ਹੀ ਇਹਨੂੰ ਚੁਣੌਤੀ ਦੇ ਸਕਦੇ ਆ ਇਸ ਸਾਰੇ ਪ੍ਰੋਸੈਸ ਨੂੰ, ਸਿੱਟ ਦੀ ਇਨਵੈਸਟੀਗੇਸ਼ਨ ਨੂੰ, ਕਿ ਇਹ ਦੇਖੋ ਜੀ ਇਹ ਗਲਤ ਕਰ ਰਹੇ ਨੇ, ਮਾਮਲਾ ਡਿਲੇ ਹੋ ਜਾਣਾ? ਨਹੀਂ, ਅਜੇ ਅਕਾਲੀ ਦਲ ਬੋਲੂਗਾ ਨਹੀਂ। ਇਹਦੇ ਬਾਅਦ ਮੈਨੂੰ ਪਤਾ ਕਿ ਆਪਾਂ ਜਿੰਨਾ ਸਮਝਦੇ ਹੁਣ ਇਹਦੇ ਬਾਅਦ ਜਾਏਗਾ ਸੁਖਬੀਰ ਸਿੰਘ ਬਾਦਲ ਨੂੰ ਸੰਮਣ ਹੋਣਗੇ, ਉਹਨੂੰ ਉਹਦੀ ਇਨਵੈਸਟੀਗੇਸ਼ਨ ਹੋਏਗੀ। ਹੋ ਸਕਦਾ ਉਹਦੇ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਫੇਰ ਹੋਵੇ। ਠੀਕ ਹੈ, ਇਹ ਹੋਵੇਗੀ। ਇਹਦੇ ਬਾਅਦ ਜਿਹੜੀ ਬਾਈਬਲ ਕਲਾ ਵਾਲੀ ਸਿੱਟ ਵੱਖਰੀ ਆ, ਫਿਰ ਉਹ ਕਰੇਗੀ। ਇਹ ਸਾਰਾ ਕੁਝ ਚੱਲੇਗਾ। ਪਰ ਜਦੋਂ ਇਹਨਾਂ ਨੂੰ ਚਾਰਜਸ਼ੀਟ ਇਹਨਾਂ ਦੇ ਅਗੇਂਸਟ ਫਾਈਲ ਕਰਤੀ, ਇਹ ਉਹ ਚਾਰਜਸ਼ੀਟ ਨੂੰ ਚੈਲੰਜ ਕਰ ਦੇਣਗੇ ਹਾਈ ਕੋਰਟ 'ਚ, ਕਹਿਣਗੇ ਦੇਖੋ ਜੀ ਉੱਥੇ ਤਾਂ ਇਹ ਦੂਸਰਾ ਵਿਜੇ ਸਿੰਗਲਾ ਆਇਆ ਸੀਗਾ ਜੀ, ਇਹਨੂੰ ਦੱਸੋ ਇਹਨੂੰ ਪ੍ਰਵਾਨਗੀ ਕਿਹਨੇ ਦਿੱਤੀ ਆ? ਉੱਥੇ ਤਾਂ ਸਿੱਟ ਨੇ ਕੁਐਸਚਨ ਕਰਨੇ ਸੀ, ਲੇਕਿਨ ਵਿਜੇ ਸਿੰਗਲਾ ਕਿਉਂ ਆ ਗਿਆ ਜੀ? ਉਹਦੇ ਤੇ ਫੇਰ ਇਹ ਸਿੱਟ ਦੀ ਜਿੰਨੀ ਵੀ ਇਹ ਸਿੱਟ ਦੀ ਕਾਰਜਕਾਰੀ ਹੋਏਗੀ, ਜਿੰਨੀ ਇਹਦੀ ਇਨਵੈਸਟੀਗੇਸ਼ਨ ਹੋਏਗੀ, ਸਾਰੀ ਦੇ ਉੱਤੇ ਫੇਰ ਬੈਨ ਲੱਗ ਜਾਏਗਾ, ਸਾਰੀ ਰੱਦ ਕਰ ਦਿੱਤੀ ਜਾਏਗੀ। ਯਾਨੀ ਕਿ ਕੁੱਲ ਮਿਲਾ ਕੇ ਇਹ ਆ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਰੌਲਾ ਪੈਂਦਾ ਸੀ ਕਿ 1984 ਦਾ ਜੈਨੋਸਾਈਡ ਜਿਹੜਾ ਸਿੱਖਾਂ ਦਾ ਕੀਤਾ ਗਿਆ, ਉਹ ਤੇ ਸਿੱਟ ਬਣਾਓ, ਕਾਂਗਰਸ ਮਜਬੂਰੀ 'ਚ ਸਿੱਟ ਬਣਾ ਦਿੰਦੀ ਸੀ, ਕਹਿੰਦੀ ਠੀਕ ਹੈ ਜੀ ਸਿੱਟ ਬਣਾ ਦਿੰਦੇ। ਸਿੱਟ ਬਣਾ ਕੇ ਸਿੱਟ ਨੂੰ ਕਹਿੰਦੇ ਸੀ ਭਾਈ ਇਹਨੂੰ ਏਦਾਂ ਦਾ ਗੋਲਮੋਲ ਕਰ ਦੇਵੀਂ ਕਿ ਇਹ 'ਚੋਂ ਲੱਭੇ ਕੱਖ ਨਾ। ਠੀਕ ਹੈ, ਉਹ ਹਾਲਾਤ ਇਹ ਬਣਾਤੇ ਕਿ ਲੰਬੇ ਸਮੇਂ ਦੇ ਵਿੱਚ ਸਾਰੇ ਦਾ ਸਾਰਾ ਐਵੀਡੈਂਸ ਜਿਹੜਾ ਸੀ ਉਹ ਮਲੀਆਂ ਮੇਟ ਕਰਤਾ। ਜੇ ਕਿਤੇ ਐਵੀਡੈਂਸ ਲੱਭਿਆ ਵੀ ਤਾਂ ਉਹ ਜਿਹੜੇ ਸੀਗੇ ਐਵੀਡੈਂਸ ਵਾਲੇ ਸੀ, ਉਹਨਾਂ ਨੂੰ ਜਿਹੜੇ ਮੁਲਜ਼ਮ ਸੀ ਉਹਨਾਂ ਨੇ ਖਰੀਦ ਲਿਆ, 5-5 4-4 ਕਰੋੜ ਦਿੱਤਾ, ਦੇ ਕੇ ਵਿਦੇਸ਼ ਭੇਜ ਦਿੱਤਾ, ਤਾਂ ਸਾਰਾ ਐਵੀਡੈਂਸ ਖਤਮ ਕਰ ਦਿੱਤਾ। ਇਹ ਕੁਛ ਸਿਆਸਤ 'ਚ ਚੱਲ ਰਿਹਾ, ਔਰ ਉਹੀ ਕੁਝ ਇੱਥੇ ਚੱਲਿਆ। ਇੱਥੇ ਵੀ ਇਹੀ ਕੜੀ ਕੋੜੀ ਗਈ ਆ। ਕੁੱਲ ਮਿਲਾ ਕੇ ਆ ਕਿ ਅਕਾਲੀ ਦਲ ਦਾ ਇਹਦੇ 'ਚ ਹੁਣ ਕੱਖ ਨਹੀਂ ਵਿਗੜਨਾ, ਉਹਨਾਂ ਨੂੰ ਮੁੱਦਾ ਜਿਹੜਾ ਉਹ ਫੇਰ ਮਿਲ ਗਿਆ। ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ਾਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਦੋਸਤੋ, ਸਾਡੇ ਪ੍ਰੋਗਰਾਮਾਂ ਦੀ ਰੂਪਰੇਖਾ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਲਾਈਵ ਹੁੰਦਾ ਤੇ ਰਾਜਨੀਤਿਕ ਚਰਚਾ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ tivanaradio.com ਵੈਬਸਾਈਟ ਤੇ ਵੀ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਦੀਆਂ ਐਪਸ ਮਿਲਣਗੀਆਂ, ਉਹਨਾਂ ਤੇ ਵੀ ਸੁਣ ਸਕਦੇ ਹੋ। ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ ਹੈ 667 930 9260 66793099260। ਇਹ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਹੈ। ਮੇਰੇ ਨਾਲ ਕੋਈ ਗੱਲ ਕਰਨੀ ਹੈ, ਸਟੂਡੀਓ 'ਚ ਲਾਈਵ ਗੱਲ ਕਰਨੀ ਹੈ ਪ੍ਰੋਗਰਾਮ ਦੇ ਵਿੱਚ, ਤਾਂ 98 763 09655 ਨੰਬਰ 'ਤੇ ਵੀ ਕਾਲ ਕਰ ਸਕਦੇ ਹੋ। ਅਤੇ ਟਿਵਾਣਾ ਰੇਡੀਓ ਦਾ YouTube ਪੇਜ, ਫੇਸਬੁੱਕ ਪੇਜ, ਇਹ ਤੁਹਾਨੂੰ ਸਾਰੇ ਲਿੰਕ ਵੈਬਸਾਈਟ 'ਤੇ ਮਿਲਣਗੇ। ਸੋ ਟਿਵਾਣਾ ਰੇਡੀਓ ਦਾ YouTube ਪੇਜ ਹੈ, ਇਹ ਵੀ ਅੱਗੇ ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਸਮੇਂ-ਸਮੇਂ ਪ੍ਰੋਗਰਾਮਾਂ ਦੀ ਅਪਡੇਟ ਮਿਲਦੀ ਰਹੇ। ਪ੍ਰੋਗਰਾਮਾਂ ਨੂੰ ਤੁਸੀਂ WhatsApp ਦੇ ਜ਼ਰੀਏ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਤੁਸੀਂ 98 763 09655 ਨੰਬਰ 'ਤੇ ਸੈਂਡ ਕਰ ਦਿਓ। ਜਿੱਥੇ WhatsApp ਗਰੁੱਪ ਆਪਾਂ ਬਣਾਇਆ, ਜਿਸ ਦਾ ਐਡਮਨ ਮੈਂ ਹੀ ਹਾਂ, ਫਾਲਤੂ ਪੋਸਟਾਂ ਉਸ ਦੇ ਵਿੱਚ ਨਹੀਂ ਪੈਂਦੀਆਂ, ਸਿਰਫ ਟਿਵਾਣਾ ਰੇਡੀਓ ਦੇ ਪ੍ਰੋਗਰਾਮ ਹੀ ਉਸ ਦੇ ਵਿੱਚ ਭੇਜੇ ਜਾਂਦੇ ਨੇ। ਸੋ ਤੁਸੀਂ ਅਗਰ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਤਾਂ 98 763 09655 ਨੰਬਰ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ। ਸਕਦੇ ਹੋ।